ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਇਸ ਚਰਚਾ ਨੂੰ ਚੱਲਦੇ ਲਾਈਕ ਸ਼ੇਅਰ ਤੇ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਕਮੈਂਟ ਕਰੋਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਮਿਹਰਬਾਨੀ ਜੀ। ਆਪਣੇ ਨਾਲ ਜੁੜੇ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਰਣ ਸਿੰਘ ਜੀ, ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਇਸ ਗੱਲ ਦਾ ਦਾਅਵਾ ਕਰਨ ਕਿ ਅਗਲੀ ਵਾਰੀ ਅਸੀਂ ਫੇਰ 15 ਅਗਸਤ ਉੱਤੇ ਇਕੱਠੇ ਹੋਵਾਂਗੇ, ਲਾਲ ਕਿਲੇ ਦੇ ਉੱਤੇ ਵਿਕਾਸ ਦੀਆਂ ਗੱਲਾਂ ਕਰਾਂਗੇ, ਤੇ ਉਧਰ ਵਿਰੋਧੀ ਪਾਰਟੀਆਂ ਇੰਡੀਆ ਗੱਠਜੋੜ ਬਣਾ ਕੇ ਮੁੰਬਈ 'ਚ ਮੀਟਿੰਗ ਦੀ ਤਿਆਰੀ ਕਰ ਰਹੀਆਂ ਹੈ। ਪਰ ਉਦੋਂ ਪਹਿਲਾਂ ਜਿਵੇਂ ਇਹਨਾਂ ਨੇ ਕਾਂਗਰਸ ਨੇ ਕਹਿਤਾ ਕਿ ਅਸੀਂ ਦਿੱਲੀੋਂ ਸਾਰੀਆਂ 7 ਦੀਆਂ 7 ਲੋਕ ਸਭਾ ਸੀਟਾਂ ਤੇ ਲੜਾਂਗੇ। ਪੰਜਾਬ ਵਾਲੇ ਆਪਣੇ ਤੌਰ ਉੱਤੇ ਅੱਖਾਂ ਕੱਢੀ ਜਾਂਦੇ ਨੇ ਆਪਣੀ ਕਾਂਗਰਸ ਹਾਈਕਮਾਨ ਨੂੰ, ਤੇ ਇਧਰੋਂ ਆਮ ਆਦਮੀ ਪਾਰਟੀ ਜਿਹੜੀ ਹੈ, ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਹੋ ਗਏ ਜਾਂ ਹੋਰ ਇਹਨਾਂ ਦੇ ਦਿੱਲੀ ਵਾਲੀ ਆਲਾ ਕਮਾਨ ਜਿਹੜੀ ਹੋ ਗਈ, ਉਹ ਇਹਨੂੰ ਵੱਖਰੇ ਢੰਗ ਦੇ ਨਾਲ ਲੈਂਦੇ ਨੇ। ਉਹ ਕਹਿੰਦੇ ਨੇ ਕਿ ਫਿਰ ਕੰਮ ਕੀ ਕਰਨਾ ਇੰਡੀਆ ਗੱਠਜੋੜ ਦਾ, ਇਹਦਾ ਮਤਲਬ ਕੀ ਸਮਝਿਆ ਜਾਵੇ? ਜਿਵੇਂ ਸ਼ਰਦ ਪਵਾਰ ਹੋਰੀ ਮੀਟਿੰਗਾਂ ਕਰ ਰਹੇ ਨੇ ਜਾਂ ਇਧਰੋਂ ਇਹ ਸਾਰਾ ਕੁਝ ਚੱਲ ਰਿਹਾ, ਕੀ ਮੁੰਬਈ ਵਾਲੀ ਮੀਟਿੰਗ ਮਤਲਬ ਕਿ ਇੰਡੀਆ ਗੱਠਜੋੜ ਦੇ ਲਈ ਕੋਈ ਪਾਟੋ ਧਾੜ ਵਾਲੀ ਸਥਿਤੀ ਨਜ਼ਰ ਆਏਗੀ ਉਹਦੇ ਵਿੱਚ, ਜਾਂ ਫਿਰ ਉਸ ਦਾ ਮੰਤਵ ਕੀ ਹੈ ਇੰਡੀਆ ਦਾ? ਕੀ ਮਤਲਬ ਕਿ ਇਹ ਸੀਟਾਂ ਦੀ ਸ਼ੇਅਰਿੰਗ ਤੋਂ ਬਿਨਾਂ ਕਿਸੇ ਵੱਖਰੇ ਤਰੀਕੇ ਦਾ ਮੰਤਵ ਹੈ? ਸੁਖਵਿੰਦਰ, ਦੇਖੋ ਤੁਸੀਂ ਇਹਦੇ 3 ਪੱਖ ਮੈਂ ਸਮਝਦਾ। ਹਾਂਜੀ, ਜਿਹੜਾ ਇੰਡੀਆ ਅਲਾਇੰਸ ਬਣਿਆ ਇਹਦੇ 3 ਪੱਖ ਨੇ। ਇੱਕ ਇਹ ਹੈ ਕਿ ਅਲਾਇੰਸ ਦਾ ਜਿਹੜੀ ਟੱਕਰ ਹੈ ਉਹ ਐਨਡੀਏ ਨਾਲ ਹੈ, ਕਿ ਉਹ ਅਲਾਇੰਸ ਬਣ ਗਿਆ, ਹੋਂਦ 'ਚ ਆ ਗਿਆ, ਤੇ ਉਹਦੀ ਹੋਂਦ 'ਚ ਆਉਣ ਤੋਂ ਬਾਅਦ ਇਹ ਕਹਿਣਾ ਤਾਂ ਬੜਾ ਮੁਸ਼ਕਿਲ ਹੈ ਕਿ ਉਹ ਬੀਜੇਪੀ ਨੂੰ ਹਰਾ ਪਾਏਗਾ। ਪਰ ਬੀਜੇਪੀ ਨੂੰ ਡਰ ਪੈ ਗਿਆ, ਮਤਲਬ ਇੱਕ ਜਿਹਨੂੰ ਆਪਾਂ ਕਹਿੰਦੇ ਨਾ ਮੁਕਾਬਲੇ ਦੀ ਟੱਕਰ ਹੋ ਗਈ ਹੈ। ਬੀਜੇਪੀ ਇਹ ਫੀਲ ਕਰਦੀ ਹੈ, ਜਿਸ ਕਿਸਮ ਨਾਲ ਪ੍ਰਧਾਨ ਮੰਤਰੀ ਜੀ ਨੇ ਉੱਥੋਂ ਆਪਣਾ ਭਾਸ਼ਣ ਦਿੱਤਾ ਹੈ, ਉਹ ਭਾਸ਼ਣ ਟੋਟਲੀ ਮੈਂ ਸਮਝਦਾ ਚੁਣਾਵੀ ਹੈ। ਉਸ ਭਾਸ਼ਣ ਦੇ ਵਿੱਚ ਬੜਾ ਕੁਛ ਮੈਨੂੰ ਹਟ ਕੇ ਸੁਣਨ ਨੂੰ ਪਿਆ, ਜਿਹੜਾ ਆਮ ਉਹਨਾਂ ਦਾ ਸੀ। ਇੱਕ ਤਕੀਆ ਕਲਾਮ ਮਿੱਤਰੋ ਸ਼ਬਦ ਨਹੀਂ ਵਰਤਿਆ ਉਹਨਾਂ ਨੇ, ਕਿਉਂਕਿ ਮਿੱਤਰੋ ਸ਼ਬਦ ਜਦੋਂ ਪ੍ਰਧਾਨ ਮੰਤਰੀ ਜੀ ਵਰਤਦੇ ਨੇ, ਉਹਨਾਂ ਦੇ ਸਲਾਹਕਾਰਾਂ ਨੇ ਸਮਝਾਇਆ ਹੋਵੇਗਾ ਕਿ ਮਿੱਤਰੋ ਦਾ ਅਰਥ ਹੁਣ ਅਡਾਨੀ ਤੇ ਅੰਬਾਨੀ ਹੈ। ਮਿੱਤਰੋ ਦੇ ਅਰਥ ਆਮ ਪਬਲਿਕ ਨਹੀਂ ਹੈ। ਜਦੋਂ ਵੀ ਉਹ ਬੋਲਦੇ ਨੇ ਮਿੱਤਰੋ ਸ਼ਬਦ, ਤਾਂ ਕਾਂਗਰਸ ਨੇ ਜਾਂ ਇੰਡੀਆ ਅਲਾਇੰਸ ਨੇ ਉਹਦੀ ਪਰਸੈਪਸ਼ਨ ਇਹ ਬਣਾਤੀ ਕਿ ਇਹ ਉਹਨਾਂ ਬਾਰੇ ਸ਼ਬਦ ਬੋਲਿਆ ਜਾ ਰਿਹਾ ਹੈ। ਤੇ ਐਸੇ ਤਰ੍ਹਾਂ ਬਹਿਨੋ ਭਾਈਓ ਵੀ ਸ਼ਬਦ ਨਹੀਂ ਵਰਤਿਆ ਇਸ ਵਾਰ। ਉਹਨਾਂ ਨੇ ਪਹਿਲੀ ਵਾਰ ਹੋਰ ਤਰ੍ਹਾਂ ਦੇ ਸ਼ਬਦ ਵਰਤੇ ਨੇ। ਕਈ ਵਾਰੀ ਉਹਨਾਂ ਦੀ ਜ਼ਬਾਨ ਜਿਹੜੀ ਥਿੜਕੀ, ਇਹ ਵੀ ਦੇਖਣ ਵਿੱਚ ਆਇਆ। ਪ੍ਰਧਾਨ ਮੰਤਰੀ ਨੂੰ ਨਾ ਤੇ ਐਡਾ ਲੰਬਾ ਭਾਸ਼ਣ ਦੇਣ ਦੀ ਜ਼ਰੂਰਤ ਹੈ, ਤੇ ਨਾ ਹੀ ਬਿਨਾਂ ਸਿਰ ਪੈਰ ਦੇ ਜਿਹੜਾ ਇਹ ਭਾਸ਼ਣ ਸੀ, ਇਹ ਭਾਸ਼ਣ ਭਾਰਤੀ ਜਨਤਾ ਪਾਰਟੀ ਦਾ ਨਾ ਹੋ ਕੇ ਸਗੋਂ ਦੇਸ਼ ਦੇ ਨਾਂ ਇੱਕ ਸੰਦੇਸ਼ ਹੁੰਦਾ ਹੈ। ਇਹਦੇ ਵਿੱਚੋਂ ਉਹ ਚੀਜ਼ਾਂ ਨਹੀਂ ਝਲਕੀਆਂ। ਉਹਨਾਂ ਦਾ ਇਹ ਕਹਿ ਦੇਣਾ ਕਿ ਅਗਲੀ ਵਾਰ ਫਿਰ ਮੈਂ ਝੰਡਾ ਲਹਿਰਾਊਂਗਾ, ਇਹਦੇ ਵਿੱਚੋਂ ਮੈਂ 2 ਗੱਲਾਂ ਦੇਖਦਾ ਕਿ ਇੱਕ ਤੇ ਥ੍ਰੈਟ ਫੀਲ ਕਰਦੇ ਨੇ ਉਹ ਇੰਡੀਆ ਤੋਂ। ਇਹਦੇ ਵਿੱਚ ਮੈਂ ਕਹਿਣਾ, ਜੇ ਉਹ ਕਹਿੰਦੇ ਨਾ ਕਿ ਸਾਡੀ ਸਰਕਾਰ ਏਦਾਂ ਹੀ ਰਹੇਗੀ ਤੁਹਾਡੇ ਆਸ਼ੀਰਵਾਦ ਨਾਲ, ਸਾਨੂੰ ਯਕੀਨ ਹੈ ਅਸੀਂ ਕੰਮ ਕਰਿਆ, ਫਿਰ ਇਹ ਹੋਰ ਗੱਲ ਸੀ। ਮੈਂ ਝੰਡਾ ਲਹਿਰਾਉਣ ਦਾ ਮਤਲਬ ਇਹ ਹੈ, ਜੇ ਆਪਾਂ ਅਰਥ ਕੱਢੀਏ ਇਹਦੇ ਸੰਕੇਤ ਇਹ ਮਿਲਦੇ ਨੇ ਕਿ ਪਾਰਟੀ ਦੇ ਅੰਦਰੋਂ ਵੀ ਕੋਈ ਡਰ ਹੈ। ਜਿਸ ਕਿਸਮ ਨਾਲ ਆਪਾਂ ਦੇਖਿਆ ਨਾ ਪਿਛਲੇ ਸੈਸ਼ਨ ਦੇ ਵਿੱਚ, ਗਡਕਰੀ ਜੀ ਤੇ ਰਾਜਨਾਥ ਜੀ ਜਿਹੜੇ ਇੰਨੇ ਸੀਨੀਅਰ ਸੀ ਇਸ ਮੁੱਦੇ ਤੇ, ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਨਹੀਂ ਗਿਆ। ਜੇ ਤਦ ਵੀ ਸੰਕਟ ਹੈ, ਜੇ ਉਹਨਾਂ ਨੇ ਮੌਕਾ ਮੰਗੇ ਹੀ ਨਹੀਂ ਤਦ ਵੀ ਸੰਕਟ ਹੈ, ਤਦ ਵੀ ਰਿਜੈਂਟਮੈਂਟ ਦਾ ਇਹ ਸੰਕੇਤ ਹੈ। ਤੋਂ ਇੱਕ ਗੱਲ ਤੇ ਮੈਨੂੰ ਇਹ ਲੱਗਦੀ ਹੈ, ਜਿਹੜਾ ਅਗਲਾ ਪੱਖ ਤੁਸੀਂ ਕਹਿੰਦੇ ਹੋ ਇਹ ਕਿ ਇਹਦੀ ਏਕਤਾ ਦਾ ਕੀ ਬਣੇਗਾ। ਜਿੱਥੋਂ ਤੱਕ ਏਕਤਾ ਦੇ ਸਵਾਲ ਹੈ, ਉਹ ਸਿਰਫ ਪੰਜਾਬ, ਦਿੱਲੀ ਤੇ ਮਹਾਰਾਸ਼ਟਰ 3 ਥਾਵਾਂ ਤੇ ਹੈ। ਕਾਂਗਰਸ ਤੇ ਉद्धਵ ਠਾਕਰੇ ਵਾਲੀ ਸ਼ਿਵ ਸੈਨਾ ਤੇ ਕਿਤੇ ਪ੍ਰੋਬਲਮ ਨਹੀਂ। ਬਾਹਰੀ ਜਿਹੜੇ ਬਿਆਨ ਨੇ ਉਹ ਸ਼ਰਦ ਪਵਾਰ ਜੀਆਂ ਦੇ ਬੜੇ ਠੋਕ ਕੇ ਆ ਰਹੇ ਨੇ ਕਿ ਅਸੀਂ ਸਾਰਾ ਕੁਝ ਇਕੱਠੇ ਆ ਔਰ ਅਸੀਂ ਇਹ ਜਿਹੜੀ ਮੀਟਿੰਗ ਹੈ ਸਫਲ ਬਣਾਵਾਂਗੇ। ਤੇ ਉਹਨਾਂ ਨੇ
ਬਿਲਕੁਲ ਕਲੀਅਰ ਬਿਆਨ ਦਿੱਤਾ ਕਿ ਮੈਂ ਕਿਸੇ ਵੀ ਕੀਮਤ ਤੇ ਬੀਜੇਪੀ ਨਾਲ ਨਹੀਂ ਜਾਵਾਂਗਾ। ਹਾਂ, ਇਹ ਗੱਲ ਸੱਚ ਹੈ ਕਿ ਉਹ ਉੱਗੇ ਸਿਆਸਤਦਾਨ ਨੇ, ਸਿਆਸਤਦਾਨ ਤੋਂ ਬਿਨਾਂ ਉਹ ਸਿਆਸਤ ਦੇ ਖਿਲਾੜੀ ਤੇ ਪੈਂਤੜੇਬਾਜ਼ ਵੀ ਨੇ। ਹੁਣ ਇਹ ਸਮਝ ਨਹੀਂ ਲੱਗਦੀ ਵੀ ਉਹ ਝਟਕਾ ਬੀਜੇਪੀ ਨੂੰ ਦੇਣਗੇ ਕਿ ਇੰਡੀਆ ਨੂੰ ਦੇਣਗੇ ਜੀ, ਕਿਉਂਕਿ ਇਹ ਜਿਹੜੀਆਂ ਮੀਟਿੰਗਾਂ ਨੇ ਨਾ, ਇਹਦਾ ਅਰਥ ਤਾਂ ਇਹੀ ਕੱਢਿਆ ਜਾ ਰਿਹਾ ਨਾ ਲੋਕਾਂ ਵੱਲੋਂ ਜਾਂ ਆਮ ਜਨਤਾ ਵੱਲੋਂ ਪਰਸੈਪਸ਼ਨ ਇਹੀ ਬਣ ਰਹੀ ਹੈ ਵੀ ਕਿਤੇ ਨਾ ਕਿਤੇ ਅਜੀਤ ਪਵਾਰ ਤੇ ਸ਼ਰਦ ਪਵਾਰ ਮਿਲੇ ਹੋਏ ਨੇ। ਮਤਲਬ ਇਹਦੇ ਅਰਥ ਇਹ ਵੀ ਕੱਢੇ ਜਾ ਸਕਦੇ ਨੇ ਵੀ ਉਹ ਚੰਗਾ ਝਟਕਾ ਬੀਜੇਪੀ ਨੂੰ ਵੀ ਦੇ ਸਕਦੇ ਨੇ, ਐਨ ਮੌਕੇ ਤੇ ਕਿਤੇ ਹਲੂਣਾ ਦੇ ਦੇਣ, ਪਤਾ ਨਹੀਂ ਕੀ ਦੇ ਦੇਣ, ਇਹ ਕੁਛ ਨਹੀਂ ਸਮਝ ਲੱਗਦੀ ਹੁੰਦੀ। ਕਿਉਂਕਿ ਉਹ ਸਿਆਸਤਦਾਨ ਬੜੇ ਕਮਾਲ ਦੇ ਨੇ, ਇਹ ਮੰਨਣੀ ਪਊਗੀ। ਉਹਨਾਂ ਦੀ ਪਕੜ ਹੈ, ਵੋਟਰ ਤੇ ਵੀ ਪਕੜ ਹੈ, ਉਹਨਾਂ ਦੀ ਆਮ ਜਨਤਾ 'ਚ ਜਿਹੜਾ ਉਹਨਾਂ ਦਾ ਵੋਟਰ ਹੈ ਉਹਦੇ ਤੇ ਵੀ ਪਕੜ ਹੈ। ਉਹਨਾਂ ਦੀ ਪਕੜ ਹੈ ਜਿਹੜੀ, ਉਹ ਤੋਂ ਬਿਨਾਂ ਇਹ ਪਰਸੈਪਸ਼ਨ ਆ ਰਹੀ ਹੈ ਸਾਰੇ ਪੱਤਰਕਾਰ ਲੋਕਾਂ ਦੀ, ਮੀਡੀਆ ਦੀ, ਕਿ ਅਜੀਤ ਪਵਾਰ ਦੀ ਓਨੀ ਪਕੜ ਵੋਟਰ ਤੇ ਨਹੀਂ ਹੈ ਜਿੰਨੀ ਪਕੜ ਸ਼ਰਦ ਪਵਾਰ ਦੀ ਹੈ। ਜਿਵੇਂ ਆਪਾਂ ਦੂਜੇ ਪਾਸੇ ਕਹਿੰਦੇ ਆ ਨਾ ਕਿ ਸ਼ਿਵ ਸੈਨਾ ਦੀ ਜਿਹੜੀ ਡਿਵੀਜ਼ਨ ਹੋਈ ਹੈ ਉਹਦੇ ਵਿੱਚ ਵੋਟਰ ਤੇ ਪਕੜ ਜੋ ਉद्धਵ ਠਾਕਰੇ ਦੀ ਹੈ, ਉਹ ਜਿਹੜੀ ਧਿਰ ਸਰਕਾਰ 'ਚ ਹੈ ਉਹਨਾਂ ਦੀ ਨਹੀਂ। ਸੋ ਇਸੇ ਤਰ੍ਹਾਂ ਇੱਥੇ ਪੋਜੀਸ਼ਨ ਹੈ। ਹੁਣ ਇੱਥੇ ਇਹ ਵੀ ਸਿਆਣੇ ਲੋਕ ਇਹ ਵੀ ਲਾਉਂਦੇ ਨੇ ਵੀ ਇਹ ਸ਼ਰਦ ਪਵਾਰ ਜੀ ਬੜੇ ਤਕੜੇ ਪੈਂਤੜੇਬਾਜ਼ ਸਿਆਸਤਦਾਨ ਨੇ, ਇਹ ਨਹੀਂ ਪਤਾ ਉਹ ਵੱਡਾ ਝਟਕਾ ਬੀਜੇਪੀ ਨੂੰ ਹੀ ਦੇ ਦੇਣ। ਮੌਕੇ ਤੇ ਆ ਕੇ ਇੱਥੇ ਥੋੜੀ ਜਿਹੀ ਗੱਲ ਨਾਲ ਜੋੜਨਾ ਚਾਹੁੰਦਾ, ਹਾਲਾਂਕਿ ਆਪਣੇ ਸਵਾਲ ਦਾ ਹਿੱਸਾ ਨਹੀਂ ਸੀ, ਪਰ ਸਵਾਲ 'ਚੋਂ ਸਵਾਲ ਬਣ ਗਿਆ ਕਿ ਕੀ ਜਿਹੜਾ ਦੂਜਾ ਧੜਾ ਬੀਜੇਪੀ ਦਾ ਆ, ਏਕਨਾਥ ਸ਼ਿੰਦੇ, ਉਹ ਮਾਫ ਕਰਨਾ, ਸ਼ਿਵ ਸੈਨਾ ਦਾ ਏਕਨਾਥ ਸ਼ਿੰਦੇ ਹੋਰੀ, ਉਹਨਾਂ ਬਾਰੇ ਵੀ ਚਰਚਾ ਚੱਲਦੀ ਸੀ ਕਿ ਜੇ ਉਧਰਲੇ ਪਾਸੇ ਅਜੀਤ ਪਵਾਰ ਜਾ ਰਹੇ ਨੇ ਤਾਂ ਉਧਰ ਵੀ ਬੇਚੈਨੀ ਆ ਉਸ ਧੜੇ ਦੇ ਅੰਦਰ ਵੀ। ਕੀ ਇਹ ਸਮਝਿਆ ਜਾਵੇ ਕਿ ਜਿਵੇਂ ਕਹਿੰਦੇ ਇੱਕ ਵਾਰ ਪਹਿਲਾਂ ਵੀ ਏਦਾਂ ਹੋਇਆ ਕਿ ਅਜੀਤ ਪਵਾਰ ਨੂੰ ਇਸੇ ਢੰਗ ਦੇ ਨਾਲ ਬਾਹਰ ਪਾਰਟੀ 'ਚ ਜਦੋਂ ਗਏ ਤੇ ਫਿਰ ਉਹ ਕੁਝ ਨਾ ਕੁਝ ਨਵਾਂ ਪੈਦਾ ਕੀਤਾ ਸਿਆਸਤ ਦੇ ਵਿੱਚ। ਮੈਂ ਇੱਕ ਹੋਰ ਕਹਿਣਾ ਅਜੀਤ ਪਵਾਰ ਦਾ ਪਤਾ ਨਹੀਂ ਕੀ ਬਣੇਗਾ, ਪਰ ਇੱਕ ਸਥਿਤੀ ਇਹ ਵੀ ਤਾਂ ਪੈਂਤੜ ਹੈ ਨਾ। ਜੇਕਰ ਤੁਸੀਂ ਇਹ ਦੱਸੋ ਕਿ ਜੇਕਰ ਏਕਨਾਥ ਸ਼ਿੰਦੇ ਦੇ ਮੈਂਬਰ ਜਿਸ ਕਿਸਮ ਨਾਲ ਰਿਜੈਂਟਮੈਂਟ ਉਹਨਾਂ 'ਚ ਪਾਈ ਜਾ ਰਹੀ ਹੈ ਉਹ ਬੈਕ ਹੋ ਜਾਂਦੇ ਨੇ, ਉਹਦੇ ਵਿੱਚ ਟੁੱਟ ਭੱਜ ਹੋ ਜਾਂਦੀ ਹੈ, ਤਾਂ ਇਹ ਵੀ ਤਾਂ ਇੱਕ ਪੈਂਤੜਾ ਹੀ ਹੈ ਨਾ। ਇਹਦੇ ਨਾਲ ਵੀ ਝਟਕਾ ਤਾਂ ਬੀਜੇਪੀ ਨੂੰ ਆਏਗਾ ਨਾ। ਸੋ ਜੇਕਰ ਉਹ ਹੋ ਜਾਂਦੀ ਹੈ ਤਦ ਅਜੀਤ ਪਵਾਰ ਦੀ ਬਿਲਕੁਲ ਕਲੀਅਰ ਕੱਟ ਹੋ ਜਾਏਗਾ, ਆਪਣਾ ਭਾਰੂ ਹੋ ਜਾਏਗਾ, ਉਹ ਸੀਐਮ ਬਣੇਗਾ। ਕੁਝ ਸਿਆਸਤਦਾਨ ਇਹ ਵੀ ਪ੍ਰੈਡਿਕਟ ਕਰਦੇ ਨੇ ਕਿ ਇਸ ਸਿਆਸਤ ਦੇ ਵਿੱਚ ਹੋ ਸਕਦਾ ਹੈ ਇਹ ਫਰੈਂਡਲੀ ਮੁਕਾਬਲਾ ਕਰ ਲੈਣ। ਇਹ ਕੁਝ ਜਿਹੜਾ ਉਹਨਾਂ ਦਾ ਏਰੀਆ ਹੈ, ਅਜੀਤ ਪਵਾਰ ਦਾ ਤੇ ਸ਼ਰਦ ਪਵਾਰ ਦਾ ਇੱਕ ਏਰੀਆ ਜਿੱਥੇ ਉਹ ਹਾਵੀ ਨੇ ਜਿਹੜੀਆਂ ਸੀਟਾਂ ਤੇ, ਕਿ ਹੋ ਸਕਦਾ ਦੂਜੀ ਪਾਰਟੀ ਤੋਂ ਉਹ ਟਿਕਟਾਂ ਉਧਰ ਉਹ ਲੈ ਲੈਣ ਤੇ ਇੱਧਰ ਇਹ ਲੈ ਲੈਣ ਤੇ ਆਪਣੇ ਦੋਨੇ ਪਾਸੇ ਆਪਣੀ ਸਟਰੈਂਥ ਬਣਾ ਜਾਣ। ਇਹ ਵੀ ਚਾਂਸਸ ਕਹੇ ਜਾਂਦੇ ਨੇ, ਲੇਕਿਨ ਇਹ ਅੱਜ ਕਹਿਣਾ ਔਖਾ ਹੈ। ਲੇਕਿਨ ਸ਼ਰਦ ਪਵਾਰ ਜੀ ਬਾਰੇ ਇਹ ਵੀ ਕਿਹਾ ਜਾਂਦਾ ਕਿ ਐਡੇ ਵੱਡੇ ਪੈਂਤੜੇਬਾਜ਼ ਲੀਡਰ ਨੇ ਉਹ। ਤੀਸਰਾ ਜਿਹੜਾ ਪੱਖ ਹੈ ਇਹਦਾ, ਇਸ ਅਲਾਇੰਸ ਦਾ, ਉਹ ਇਹ ਹੈ ਆਮ ਆਦਮੀ ਪਾਰਟੀ ਨਾਲ ਇੰਡੀਆ ਅਲਾਇੰਸ ਦਾ ਸਮਝੌਤਾ ਜਾਂ ਆਮ ਆਦਮੀ ਪਾਰਟੀ ਦਾ ਇਹਦੇ ਵਿੱਚ ਸ਼ਾਮਲ ਹੋਣਾ। ਇਹਦਾ ਇੱਕ ਪੱਖ ਮੈਂ ਪਹਿਲਾਂ ਵੀ ਤੁਹਾਡੇ ਨਾਲ ਡਿਸਕਸ਼ਨ ਚ ਕਹਿ ਚੁੱਕਿਆ ਕਿ ਇੱਕ ਪੱਖ ਇਹਦਾ ਇਹ ਹੈ ਕਿ ਇੰਡੀਆ ਅਲਾਇੰਸ ਨੇ ਜੇਕਰ ਆਮ ਆਦਮੀ ਪਾਰਟੀ ਅਲਾਇੰਸ ਦੇ ਵਿੱਚ ਰਹਿੰਦੀ ਹੈ, ਇਹਨੂੰ ਸੀਮਤ ਕਰਤਾ ਕਿ ਦਿੱਲੀ ਤੇ ਪੰਜਾਬ ਤੋਂ ਬਾਹਰ ਇਹਦਾ ਕੁਝ ਨਹੀਂ ਹੋਇਆ। ਦਿੱਲੀ ਤੇ ਪੰਜਾਬ ਤੋਂ ਬਾਹਰ ਕਿਸੇ ਸਟੇਟ 'ਚ ਕੋਈ ਇੱਕ ਅੱਧੀ ਸੀਟ ਇਹਨਾਂ ਨੂੰ ਦੇ ਦੇਣ, ਹੋ ਸਕਦਾ ਹੈ। ਅਦਰਵਾਈਜ਼ ਜਿਹੜਾ ਇਹਨਾਂ ਦਾ ਪਸਾਰ ਦਾ ਸਿਸਟਮ ਸੀ ਉਹ ਤੇ ਬ੍ਰੇਕ ਲੱਗ ਜਾਏਗੀ, ਉਹ ਰੁਕ ਜਾਏਗਾ, ਜਿਹਦੇ ਕਰਕੇ ਆਮ ਆਦਮੀ ਪਾਰਟੀ ਤੜਫੀ ਹੋਈ ਹੈ ਵੀ ਇਹ ਤਾਂ ਫਿਰ ਅਸੀਂ ਤਾਂ ਕਸੂਤੇ ਫਸ ਗਏ ਨਾ। ਪਰੰਤੂ ਇਹ ਵੀ ਸੰਭਾਵਨਾ ਇਹਨਾਂ ਨੂੰ ਡਰ ਲੱਗ ਰਿਹਾ ਹੈ ਵੀ ਕਿਤੇ, ਕਿਉਂਕਿ ਦਿੱਲੀ ਦੇ ਵਿੱਚ ਤਾਂ 10 ਸਾਲ ਹੋ ਗਏ, ਕਿਤੇ ਇਹ ਨਾ ਹੋਵੇ ਵੀ ਪਲਟੀ ਵੱਜੇ, ਅਸੀਂ ਜਿਹੜਾ ਸਭ ਕੁਝ ਸਾਡੇ ਪੱਲੇ ਆ ਉਹ ਨਾ ਕਿਸ ਜਾਏ। ਹੁਣ ਇਹਦੇ ਵਿੱਚ ਦਿੱਕਤ ਸਭ ਤੋਂ ਵੱਡੀ ਇਹ ਆਏਗੀ, ਦਿੱਲੀ ਦੀਆਂ 7 ਸੀਟਾਂ ਤੇ ਜੇ ਚੋਣ ਹੁੰਦੀ ਹੈ, ਕਾਂਗਰਸ ਆਪਦੇ ਪਸਾਰੇ ਲਈ ਜ਼ਰੂਰ ਉਹਨਾਂ ਤੇ ਦਬਾਅ ਪਾਏਗੀ ਕਿ ਦਿੱਲੀ 'ਚ ਘੱਟੋ ਘੱਟ 3 ਸੀਟਾਂ ਸਾਨੂੰ ਦਿਓ ਲੜਨ ਨੂੰ, 4 ਤੁਸੀਂ ਲੜ ਲਿਓ। ਨੈਗੋਸ਼ੀਏਸ਼ਨ ਕਿੱਥੇ ਹੁੰਦੀ ਹੈ ਇਹ ਸਮਾਂ ਦੱਸੇਗਾ। ਜਦੋਂ ਕਿ ਉਹਨਾਂ ਦਾ ਇੱਕ ਵੀ ਐਮਐਲਏ ਨਹੀਂ, ਉਹਨਾਂ ਵੱਲੋਂ ਇਹ ਕਿਹਾ ਜਾਣਾ ਹੈ ਕਿ ਅਸੀਂ 7 ਦੀਆਂ 7 ਸੀਟਾਂ ਤੇ ਲੜਾਂਗੇ। ਸੰਕਟ ਸੀਰੀਅਸ ਹੈ, ਕਿਉਂਕਿ ਅਲਾਇੰਸ 'ਚ ਸ਼ਾਮਲ ਹੋ ਜਾਣਾ ਪਹਿਲੀ ਗੱਲ ਹੈ, ਅਸਲੀ ਪ੍ਰੋਬਲਮ ਸੀਟਾਂ ਦੇ ਲੈਣ ਦੇਣ ਤੇ ਆਏਗੀ।
ਉੱਥੇ ਅਲਾਇੰਸ ਟੁੱਟ ਵੀ ਸਕਦਾ, ਚੱਲ ਵੀ ਸਕਦਾ, ਕੀ ਹੋਏਗਾ ਇਹ ਸਮਾਂ ਦੱਸੇਗਾ। ਸੇਮ ਸਿਚੁਏਸ਼ਨ ਪੰਜਾਬ 'ਚ ਹੈ। ਪੰਜਾਬ ਦੇ ਵਿੱਚ ਕਾਂਗਰਸ ਹਰ ਹਾਲਤ 'ਚ ਘੱਟੋ ਘੱਟ 7-6 ਤੇ ਕਿਤੇ ਨਾ ਕਿਤੇ ਸਮਝੌਤਾ ਹੋਏਗਾ। ਜੇਕਰ 7 ਸੀਟਾਂ ਦੇ ਆਮ ਆਦਮੀ ਮੰਨ ਜੇ ਤੇ 6 ਤੇ ਕਾਂਗਰਸ ਮੰਨ ਜਾਵੇ। ਮਤਲਬ ਇਸ ਤੋਂ ਥੱਲੇ ਜਦੋਂ ਕਿ ਉਹਨਾਂ ਨੇ ਕਹਿਣਾ ਕਿ ਤੁਹਾਡੇ ਐਮਐਲਏ 18 ਨੇ, ਸਾਡੀ ਗਿਣਤੀ ਇਹ ਹੈ, ਤੁਹਾਡੀ ਗਿਣਤੀ ਇਹ ਹੈ, ਇਸ ਕਰਕੇ ਤੁਸੀਂ 2-3 ਸੀਟਾਂ ਲਓ। ਇਸ ਕਰਕੇ ਪੰਜਾਬ ਤੇ ਦਿੱਲੀ 'ਚ ਦੋਨੇ ਧਿਰਾਂ ਇਸ ਗੱਲ ਤੇ ਇਹ ਜਿਹੜੇ ਪੈਂਤੜੇ ਨੇ ਨਾ, ਅੱਜ ਉਹ ਕੁਛ ਕਹਿਤਾ, ਭਗਵੰਤ ਮਾਨ ਜੀ ਕੁਛ ਕਹਿ ਦੇਣ, ਬਾਜਵਾ ਜੀ ਕੁਛ ਕਹਿ ਦੇਣ, ਦਿੱਲੀ ਵਾਲੇ ਕੁਛ ਕਹਿ ਦੇਣ, ਮਾਕੜ ਕੁਛ ਕਹਿ ਦੇਣ, ਮੀਟਿੰਗ ਕਰਕੇ ਉਹ ਸੁਨੇਹਾ ਦੇਣ ਕਿ ਅਸੀਂ ਸਟਰੈਂਥਨ ਕਰ ਰਹੇ ਹਾਂ। ਬੇਸਿਕਲੀ ਮੈਨੂੰ ਇਹ ਲੱਗਦਾ ਕਿ ਦੋਵੇਂ ਧਿਰਾਂ ਨੈਗੋਸ਼ੀਏਸ਼ਨ ਦੇ ਵਿੱਚ ਵੱਧ ਹਿੱਸਾ ਪਾਉਣ ਲਈ ਇਹ ਗੱਲਾਂ ਕਰ ਰਹੀਆਂ ਨੇ, ਜਿਹਨੂੰ ਆਪਾਂ ਦਬਾਅ ਦੀ ਰਾਜਨੀਤੀ ਕਹਿੰਦੇ ਹਾਂ। ਮੈਨੂੰ ਇਹ ਲੱਗ ਰਿਹਾ ਕਿ ਇੱਥੇ ਦਬਾਅ ਦੀ ਰਾਜਨੀਤੀ ਖੇਡੀ ਜਾ ਰਹੀ ਹੈ। ਫਾਈਨਲ ਤੇ ਕੀ ਹੋਏਗਾ, ਦਬਾਅ ਬਣਦਾ ਤਾਂ ਠੀਕ ਹੈ, ਨਹੀਂ ਬਣਦਾ ਇਹ ਚਾਂਸ ਤਾਂ ਹੈਗੇ ਨੇ ਕਿ ਸੀਟਾਂ ਸ਼ੇਅਰਿੰਗ ਦੇ ਵਿੱਚ ਐਨ ਮੌਕੇ ਤੇ ਜਾ ਕੇ ਇਹ ਸਮਝੌਤਾ ਟੁੱਟ ਵੀ ਸਕਦਾ ਹੈ। ਇਸੇ ਕਰਕੇ ਦੋਨੇ ਪਾਰਟੀਆਂ ਇਸ ਗੱਲ ਤੇ ਲੱਗੀਆਂ ਹੋਈਆਂ ਨੇ ਕਿ ਤਿਆਰੀ ਪਹਿਲਾਂ ਤੋਂ ਏਦਾਂ ਰੱਖੀ ਜਾਵੇ ਕਿ ਜੇਕਰ ਸਾਰੀਆਂ ਤੇ ਲੜਨਾ ਪੈ ਜੇ ਤਾਂ ਉਹਦੀ ਤਿਆਰੀ ਜ਼ਰੂਰ ਰੱਖੀ ਜਾਵੇ। ਇਹ ਨਾ ਹੋਵੇ ਮੌਕੇ ਤੇ ਮਤਲਬ ਬੰਦੇ ਨਾ ਲੱਭਣ। ਸੋ ਮੈਨੂੰ ਇਹਦੇ ਵਿੱਚ ਇਹ 3 ਪੱਖ ਲੱਗਦੇ ਨੇ। ਇਸੇ ਕਰਕੇ ਆਮ ਆਦਮੀ ਪਾਰਟੀ ਨਾਲ ਇਹਦਾ ਤਾਲਮੇਲ ਠੀਕ ਨਹੀਂ ਬੈਠ ਰਿਹਾ। ਪਰੰਤੂ ਜਿੱਥੋਂ ਤੱਕ ਮਹਾਰਾਸ਼ਟਰ ਦੀ ਗੱਲ ਹੈ, ਉਹਦਾ ਮੈਨੂੰ ਇਹ ਲੱਗ ਰਿਹਾ ਹੈ ਕਿ ਸ਼ਰਦ ਪਵਾਰ ਵੱਡੇ ਨੇਤਾ ਨੇ, ਭਾਵੇਂ ਉੱਥੇ ਦੇ ਲੋਕਲ ਕਾਂਗਰਸੀ ਤੇ ਉद्धਵ ਠਾਕਰੇ ਦੇ ਗਰੁੱਪ ਨੇ ਇਹ ਦੋਸ਼ ਲਾਇਆ ਹੈ ਕਿ ਸ਼ਰਦ ਪਵਾਰ ਜੀ, ਜਾਂ ਪ੍ਰੈਸ਼ਰ ਪਾਇਆ ਕਿ ਸ਼ਰਦ ਪਵਾਰ ਜੀ ਆਪਣੀ ਸਥਿਤੀ ਸਪਸ਼ਟ ਕਰਨ, ਤੇ ਉਹਨਾਂ ਨੇ ਸਪਸ਼ਟ ਵੀ ਕਰ ਦਿੱਤੀ ਹੈ। ਪਰੰਤੂ ਜਿਹੜੀ ਕੇਂਦਰੀ ਲੀਡਰਸ਼ਿਪ ਹੈ INDIA ਦੀ, ਉਹਦੇ ਵੱਲੋਂ ਸ਼ਰਦ ਪਵਾਰ ਤੇ ਕੋਈ ਬਾਹਲਾ ਕੁਝ ਬੋਲਿਆ ਨਹੀਂ ਜਾ ਰਿਹਾ ਇਸ ਇਸ਼ੂ ਤੇ, ਉਹ ਚੁੱਪ ਨੇ। ਇਹਦੇ ਵਿੱਚੋਂ ਇਹ ਲੱਗਦਾ ਜਿਵੇਂ ਇਹਨਾਂ ਦੀ ਕੋਈ ਸਮਝ ਬੜੀ ਹੋਵੇ ਵੀ ਹਾਲੇ ਸ਼ਰਦ ਪਵਾਰ ਜੀ ਇੱਕ ਅੱਧਾ ਦਾ ਹੋਰ ਖੇਡਣਗੇ। ਉਹ ਕੀ ਦਾ ਹੈ ਹਲੇ ਦੱਸਣਾ ਹੀ ਮੁਸ਼ਕਿਲ ਹੈ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਜੀ। ਜੀ ਵੈਸੇ ਕੀ ਮੰਨਿਆ ਜਾਏ ਕਿ ਵੈਸੇ ਤਾਂ ਇੰਡੀਆ ਗੱਠਜੋੜ ਦੇ ਵਿੱਚ ਕਈ ਪਾਰਟੀਆਂ ਵੱਡੀਆਂ, ਕਈ ਪਾਰਟੀਆਂ ਛੋਟੀਆਂ, ਉਹ ਸਾਰੇ ਰਲ ਮਿਲ ਕੇ ਆ, ਪਰ ਕੀ ਉਹਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕੇਂਦਰੀ ਪਾਰਟੀ ਬਣਨ ਤੋਂ ਬਾਅਦ ਬਹੁਤ ਵੱਡਾ ਕਰਕੇ ਦਿਖਾਉਣਾ ਚਾਹੁੰਦੀ ਹੈ, ਜਾਂ ਦਿਖਾ ਰਹੀ ਹੈ, ਜਾਂ ਕਾਂਗਰਸ ਦੇ ਬਰਾਬਰ ਦੀ ਟੱਕਰ ਲੈ ਰਹੀ ਹੈ ਕਿ ਸਾਡੇ ਵਿੱਚ ਵੀ ਦਮਕਮ ਹੈ, ਜਾਂ ਫਿਰ ਤੁਸੀਂ ਸਾਨੂੰ ਵੀ ਉਸ ਕਤਾਰ ਦੇ ਵਿੱਚ ਰੱਖੋ, ਜਿਵੇਂ ਇਹ ਵੀ ਪਹਿਲਾਂ ਕਹਿੰਦੇ ਰਹੇ ਕਿ ਪ੍ਰਧਾਨ ਮੰਤਰੀ ਤਾਂ ਕੇਜਰੀਵਾਲ ਸਾਹਿਬ ਬਣਨਗੇ। ਤੇ ਦੂਜੀ ਗੱਲ, ਕੀ ਕਾਂਗਰਸ ਦਾ ਇਹਨਾਂ ਦੇ ਨਾਲ ਚੱਲ ਕੇ ਇਸ ਤਰ੍ਹਾਂ ਸੀਟਾਂ ਦੀ ਸ਼ੇਅਰਿੰਗ ਕਰਨਾ ਕਾਂਗਰਸ ਦੀ ਸਿਆਸਤ ਦੇ ਲਈ ਕੋਈ ਚੰਗਾ ਸੁਨੇਹਾ ਰਹੇਗਾ? ਕਿਉਂਕਿ ਜੇ ਇਸ ਤਰ੍ਹਾਂ ਦੀ ਪਾਟੋ ਧੜ ਅੱਗੇ ਵੱਧਦੀ ਆ ਤਾਂ ਉਹ ਦਿੱਲੀ ਦੇ ਨਾਲ ਜੇ ਪੰਜਾਬ 'ਚ ਵੀ ਇਦਾਂ ਸੱਟ ਵੱਜਦੀ ਹੈ, ਪੰਜਾਬ ਦੀ ਸਾਈਕੀ ਸਿਆਸਤ ਦੀ ਹੋਰ ਹੈ, ਤੇ ਇੱਥੋਂ ਵਾਲੇ ਕਾਂਗਰਸੀ ਬਹੁਤ ਵੱਡੀ ਬਗਾਵਤ ਕਰ ਸਕਦੇ ਨੇ, ਤੇ ਉਹ ਜਿਹੜੇ ਹੁਣ ਬੀਜੇਪੀ 'ਚ ਬੈਠੇ ਨੇ ਤੇ ਉਹ ਹੋਰਾਂ ਨੂੰ ਵੀ ਖਿੱਚ ਕੇ ਲਿਜਾ ਸਕਦੇ ਨੇ ਕਿ ਜੀ ਸਾਡੀ ਤਾਂ ਕੁਰਸੀ ਖਿੱਚ ਲਈ ਇਹਨਾਂ ਨੇ। ਇਹ ਬਗਾਵਤ ਹੋ ਸਕਦੀ ਹੈ, ਪਰੰਤੂ ਜਿਹੜਾ ਮੈਂ ਸਮਝਦਾ ਕਿ ਜੇਕਰ ਇਹ ਬਗਾਵਤ ਹੋ ਵੀ ਜਾਂਦੀ ਹੈ, ਇਹ ਸਮਝੌਤਾ ਅਸੈਂਬਲੀ ਤੱਕ ਨਹੀਂ ਚੱਲਣਾ ਇਹਨਾਂ ਦਾ, ਸਿਰਫ ਪਾਰਲੀਮੈਂਟ 'ਚ ਚੱਲ ਸਕਦਾ ਹੈ, ਅਸੈਂਬਲੀ ਤੱਕ ਹੀ ਟੁੱਟ ਸਕਦਾ ਹੈ। ਪਰੰਤੂ ਇਹਦੇ ਨਾਲ ਮੈਨੂੰ ਸਮਝ ਇਹ ਆ ਰਹੀ ਹੈ ਕਿ ਕਾਂਗਰਸ ਇੱਕ ਆਪਣੇ ਵੱਡੇ ਇੰਟਰਸਟ ਦੇ ਵਿੱਚ, ਪੂਰੇ ਮੁਲਕ ਦੀ ਸਿਆਸਤ ਦੇ ਵਿੱਚ, ਜੇਕਰ ਕਾਂਗਰਸ ਗੁਜ਼ਾਰੇ ਜੋਗੀਆਂ ਸੀਟਾਂ ਲੈ ਜਾਂਦੀ ਹੈ, 50 ਤੋਂ 100 ਸੀਟਾਂ ਦੇ ਨੇੜੇ ਪਹੁੰਚ ਜਾਂਦੀ ਹੈ, ਤਾਂ ਆਟੋਮੈਟਿਕਲੀ ਫਿਰ ਕੇਜਰੀਵਾਲ ਕਾਂਗਰਸ ਦੀ ਸਿਆਸਤ ਦੇ ਵਿੱਚ ਜਦੋਂ ਆਪਾਂ ਉਹਦਾ ਤੁਲਨਾਤਮਕ ਅਧਿਐਨ ਕਰਾਂਗੇ, ਉਹਦਾ ਮੁਕਾਬਲੇ ਦਾ ਅਧਿਐਨ ਕਰਾਂਗੇ, ਫਿਰ ਉਹ ਬਹੁਤ ਛੋਟੇ ਪੈ ਜਾਣਗੇ। ਵੈਸੇ ਤਾਂ ਬਾਕੀ ਪਾਰਟੀਆਂ ਦੇ ਮੁਕਾਬਲੇ ਵੀ ਕੇਜਰੀਵਾਲ ਛੋਟੇ ਪੈਣਗੇ ਇਸ ਰਿਜ਼ਲਟ 'ਚ, ਕਿਉਂਕਿ ਜੇ ਕੇਜਰੀਵਾਲ ਇਕੱਲੇ ਲੜਦੇ ਨੇ ਤਦ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸੀਟਾਂ ਨਹੀਂ ਆਉਣੀਆਂ। ਜੇ ਸਮਝੌਤੇ 'ਚ ਲੜਦੇ ਨੇ ਤਦ ਵੀ ਉਹਨਾਂ ਦਾ ਮੈਕਸਿਮਮ ਸਟੇਕ 13 ਤੇ 7 20 ਸੀਟਾਂ ਤੇ ਹੈ, ਠੀਕ ਹੈ ਕਿ ਨਹੀਂ? ਜਾਂ ਚੰਡੀਗੜ੍ਹ ਪੈ ਸਕਦੀ ਹੈ। 20 ਸੀਟਾਂ ਦੇ ਵਿੱਚੋਂ ਜਿੱਤਣਗੇ ਕਿੰਨੀਆਂ ਇਹ ਸਮਾਂ ਦੱਸੇਗਾ। ਦੂਜਾ, 20 ਸੀਟਾਂ ਦੇ ਵਿੱਚੋਂ ਜੇ ਸਮਝੌਤੇ 'ਚ ਰਹਿੰਦੇ ਨੇ ਇਹਨਾਂ ਨੂੰ ਮਿਲਣਗੀਆਂ ਕਿੰਨੀਆਂ? ਮੰਨ ਲਓ ਜੇ 20 ਚੋਂ ਇਹਨਾਂ ਨੂੰ ਮਿਲਦੀਆਂ 10 ਨੇ ਤੇ 10 ਚੋਂ ਇਹ 6 7 5 ਜਿੱਤ ਜਾਂਦੇ ਨੇ ਤਾਂ ਕੁਦਰਤੀ ਹੈ ਉਹ ਕਮਜ਼ੋਰ ਪੈਣਗੇ। ਦੂਜਾ, ਜਦੋਂ ਸਮਝੌਤੇ 'ਚ ਆਪਾਂ ਤਾਲਮੇਲ ਕਰਦੇ ਆ ਨਾ, ਉਦੋਂ ਇਹ ਵੀ ਤਾਂ ਦਬਾਅ ਆਏਗਾ ਨਾ ਵੀ ਤੁਹਾਡੇ ਕੋਲੇ ਹੁਣ ਸੀਟਾਂ ਕਿੰਨੀਆਂ ਨੇ, ਇੱਕ ਵੀ ਤੁਹਾਨੂੰ 20 ਕਿਹੜੀ ਕਪੈਸਿਟੀ 'ਚ ਦੇ ਦਈਏ, ਠੀਕ ਹੈ ਕਿ ਨਹੀਂ? ਸੋ ਇਸ ਕਰਕੇ ਜਦੋਂ ਤਾਂ ਅਸੈਂਬਲੀ ਦੀਆਂ ਸੀਟਾਂ ਗਿਣਦੇ ਆ ਉਦੋਂ ਤਾਂ ਇਹਨਾਂ ਦੀ ਇਹ 2 ਸਟੇਟਾਂ 'ਚ ਠੀਕ ਹੈ ਪੋਜੀਸ਼ਨ,
ਪਰ ਅਲਟੀਮੇਟਲੀ ਪਾਰਲੀਮੈਂਟ ਦਾ ਇੱਕੋ ਹੀ ਸੀਟ ਹੈ ਨਾ, ਉਹ ਵੀ ਮਸਾਂ ਆਈ ਆ ਪਤਾ ਨਹੀਂ ਕਿਵੇਂ ਕਰਕੇ ਜਲੰਧਰ ਤੋਂ। ਜਿਹੜੀ ਪੋਜੀਸ਼ਨ ਇਹਨਾਂ ਦੀ ਸੰਗਰੂਰ ਹੋਈ ਉਹ ਡੈਮੇਜ ਕਰਦੀ ਹੈ ਵੀ ਯਾਰ ਤੁਹਾਡੀ ਪੋਜੀਸ਼ਨ ਨਹੀਂ ਹੈਗੀ, ਕਿਉਂਕਿ ਉਹ ਫਿਰ ਕਹਿਣਗੇ ਕਿ ਅਲਾਇੰਸ ਆਪਾਂ ਜਿੱਤਣ ਲਈ ਬਣਾਇਆ ਕਿ ਆਪਾਂ ਵੱਧ ਤੋਂ ਵੱਧ ਸੀਟਾਂ ਜਿੱਤੀਏ ਬੀਜੇਪੀ ਦੇ ਖਿਲਾਫ। ਜੇਕਰ ਤੁਸੀਂ ਏਦਾਂ ਕਰੋਗੇ। ਦੂਸਰਾ ਇਹ ਹੈ ਕਿ ਪੰਜਾਬ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਲੜਾਈ ਹੁੰਦੀ ਹੈ, ਮੈਨੂੰ ਲੱਗਦਾ ਕਿ ਬੀਜੇਪੀ ਨੂੰ ਬਹੁਤ ਜ਼ਿਆਦਾ ਫਾਇਦਾ ਨਹੀਂ ਮਿਲਣ ਵਾਲਾ, ਕਿਉਂਕਿ ਇੱਥੇ ਕਈ ਤਰ੍ਹਾਂ ਦੀ ਲੜਾਈ ਹੋਊਗੀ। ਫਿਰ ਤਾਂ 4 ਕੋਨਾ ਮੁਕਾਬਲਾ ਹੋਊਗਾ ਨਾ, ਇੱਕ ਪਾਸੇ ਬੀਜੇਪੀ, ਇੱਕ ਪਾਸੇ ਅਕਾਲੀ ਦਲ, ਇੱਕ ਪਾਸੇ ਜੇਕਰ ਇਹਨਾਂ ਦਾ ਸਮਝੌਤਾ ਨਹੀਂ ਹੁੰਦਾ, ਇੱਕ ਪਾਸੇ ਕਾਂਗਰਸ, ਇੱਕ ਪਾਸੇ ਫਿਰ ਆਮ ਆਦਮੀ ਪਾਰਟੀ। ਇਹ ਬਹੁ-ਕੋਨੇ ਮੁਕਾਬਲੇ 'ਚ ਮੈਨੂੰ ਇਹ ਲੱਗਦਾ ਨਹੀਂ ਹੈਗਾ ਕਿ ਇਹਨਾਂ 13 ਸੀਟਾਂ 'ਚੋਂ ਕੋਈ ਬਹੁਤ ਸਾਰੀਆਂ 1% ਸੀਟਾਂ ਹੋ ਕੇ ਆਮ ਆਦਮੀ ਪਾਰਟੀ ਲੈ ਜਾਏਗੀ। ਆਮ ਆਦਮੀ ਪਾਰਟੀ ਦਾ ਗ੍ਰਾਫ ਪਹਿਲਾਂ ਨਾਲੋਂ ਥੱਲੇ ਆਇਆ। ਆਮ ਆਦਮੀ ਪਾਰਟੀ ਨੇ ਜਲੰਧਰ ਸੀਟ ਜਿਵੇਂ ਕਿਵੇਂ ਜ਼ੋਰ ਲਾ ਕੇ ਜਿੱਤ ਲਈ, ਪਰੰਤੂ ਜਿਹੜਾ ਉਹਨਾਂ ਦਾ ਵੋਟ ਸ਼ੇਅਰ ਹੈ ਉਹ 'ਚ ਮੈਨੂੰ ਇਹ ਲੱਗਦਾ ਨਹੀਂ ਕਿ ਉਹਨਾਂ ਨੇ ਬਹੁਤ ਹੀ ਡੈਮੇਜ ਕੀਤਾ ਦੂਜੀਆਂ ਪਾਰਟੀਆਂ ਦਾ। ਮਤਲਬ ਉਹਨਾਂ ਦਾ ਕੱਲਿਆਂ ਦਾ ਵੋਟ ਸ਼ੇਅਰ 45% 50% ਹੋਵੇ, ਏਦਾਂ ਦੀ ਦਿਖਾਈ ਨਹੀਂ ਦੇ ਰਿਹਾ ਅਜੇ। ਬਾਕੀ ਸਮਾਂ ਪਿਆ ਜੇ, ਉਦੋਂ ਤੱਕ ਕੋਈ ਪੈਂਤੜਾ ਨਵਾਂ ਚੱਲਿਆ ਜਾਂਦਾ ਹੈ, ਕਹਿ ਨਹੀਂ ਸਕਦੇ। ਪੰਜਾਬ ਦੀ ਸਰਕਾਰ ਦੀਆਂ ਕੋਈ ਵੱਡੀਆਂ ਪ੍ਰਾਪਤੀਆਂ ਨਹੀਂ ਦਿਖਾਈ ਦੇ ਰਹੀਆਂ ਜਿਹਦੇ ਨਾਲ ਵੋਟਰ ਇਹਨਾਂ ਵੱਲ ਇੱਕ ਪਾਸੜ ਝੁਕ ਜਾਵੇ। ਹਾਂ, ਦਿੱਲੀ ਦੇ ਵਿੱਚ ਜ਼ਰੂਰ ਆਇਆ, ਪਰੰਤੂ ਦਿੱਲੀ ਦੇ ਵਿੱਚ 2 ਵਾਰ ਜਿਹੜਾ ਪਾਰਲੀਮੈਂਟ ਸੀਟ ਤੇ ਇੱਕ ਵੀ ਸੀਟ ਨਾ ਜਿੱਤਣਾ, ਇੱਥੇ ਥੋੜਾ ਜਿਹਾ ਕੁਐਸਚਨ ਖੜਾ ਹੁੰਦਾ ਹੈ ਵੀ ਇਹ ਦਿੱਲੀ ਦੇ ਲੋਕਾਂ ਦਾ ਵਤੀਰਾ ਹੈ ਜਾਂ ਆਮ ਆਦਮੀ ਪਾਰਟੀ ਤੇ ਬੀਜੇਪੀ ਦਾ ਕੋਈ ਗੁਪਤ ਸਮਝੌਤਾ ਹੈ। ਇਹਦੇ ਬਾਰੇ ਵੀ ਕਈ ਤਰ੍ਹਾਂ ਦੇ ਚਰਚੇ ਚੱਲਦੇ ਨੇ। ਜਾਂ ਮਤਲਬ ਇਹ ਕਹੀਏ ਕਿ ਸਮਝੌਤੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੈਠ ਕੇ ਹੋਣਾ, ਸਮਝੌਤੇ ਦਾ ਮਤਲਬ ਇਹ ਹੁੰਦਾ ਕਿ ਹੈਲਪ ਲੈਣੀ ਆ ਆਪਾਂ, ਇੱਥੇ ਥੋੜੇ ਜਿਹੇ ਲੂਜ਼ ਹੋ ਜਾਓ, ਕੋਈ ਸੀਟ ਸ਼ੇਅਰਿੰਗ ਕਰ ਲਓ, ਕੈਂਡੀਡੇਟ ਮਾੜੇ ਦੇ ਦਿਓ, ਕਈ ਵਾਰੀ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ। ਪਰੰਤੂ ਇਹ ਜ਼ਰੂਰ ਹੈ ਕਿ ਪਾਰਲੀਮੈਂਟ ਦੇ ਵਿੱਚ ਇੱਕ ਮੈਂਬਰ ਤੋਂ ਇੰਨੀਆਂ ਸੀਟਾਂ ਦੇਣੀਆਂ ਇਹ ਥੋੜਾ ਜਿਹਾ ਮੁਸ਼ਕਲ ਲੱਗੇਗਾ, ਨੈਗੋਸ਼ੀਏਸ਼ਨ ਵਿੱਚ ਦਿੱਕਤ ਆਏਗੀ ਜੀ। ਜੀ, ਜਿੱਥੇ ਤੱਕ ਸਵਾਲ ਪ੍ਰੋਫੈਸਰ ਸਾਹਿਬ ਪੰਚਾਇਤੀ ਚੋਣਾਂ ਦਾ ਆ, ਮੁੱਖ ਮੰਤਰੀ ਸਾਹਿਬ ਦਾਅਵਾ ਕਰਦੇ ਨੇ ਕਿ ਚੋਣ ਨਿਸ਼ਾਨ ਸਾਡਾ ਨਹੀਂ ਹੋਏਗਾ, ਹੋਣਾ ਵੀ ਨਹੀਂ ਚਾਹੀਦਾ ਉਹ ਕਹਿੰਦੇ। ਬਾਕੀ ਉਹ ਸਰਬਸੰਮਤੀਆਂ ਦੇ ਦਾਅਵੇ ਕਰ ਰਹੇ ਨੇ। ਹਾਲਾਂਕਿ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਇਹ ਚੋਣਾਂ ਜਾਂ ਨਗਰ ਕੌਂਸਲ ਦੀਆਂ ਚੋਣਾਂ ਇੱਕ ਤਰੀਕੇ ਦੀ ਇਹ ਹੋਏਗਾ ਕਿ ਤਿਆਰੀ ਹੋ ਰਹੀ ਹੈ ਕਿ ਤੁਹਾਡੇ 'ਚ ਕਿੰਨਾ ਕੁ ਦਮਖਮ ਹੈ ਜਾਂ ਤੁਹਾਨੂੰ ਲੋਕਾਂ ਨੇ ਸਾਲ ਡੇਢ ਦੇ ਵਿੱਚ ਕਿੰਨਾ ਕੁ ਤੁਹਾਨੂੰ ਲੋਕਾਂ ਨੇ ਕਬੂਲ ਕੀਤਾ। ਭਾਵੇਂ ਮੁੱਦੇ ਬਹੁਤ ਨੇ ਪੰਜਾਬ ਦੇ, ਖਾਸ ਕਰ ਨਸ਼ਿਆਂ ਦਾ, ਜਿਹੜੀ ਹੜ੍ਹ ਦੀ ਸਥਿਤੀ ਹੈ ਉਹ ਹੈ, ਹੋਰ ਬਹੁਤ ਮੁੱਦੇ ਇਹੋ ਜਿਹੇ ਪਏ ਨੇ ਪੰਜਾਬ ਦੇ। ਪਰ ਗੱਲ ਜਦੋਂ ਇਹ ਹੁੰਦੀ ਹੈ ਕਿ ਤੁਸੀਂ ਚੋਣਾਂ ਦੇ ਵਿੱਚ ਜਾ ਰਹੇ ਹੋ, ਇਹਨੂੰ ਲੈ ਕੇ ਪੰਚਾਇਤਾਂ ਭੰਗ ਜਿਹੜੀਆਂ ਕੀਤੀਆਂ ਉਹ ਮਸਲਾ ਹਾਈ ਕੋਰਟ 'ਚ, ਤੁਸੀਂ ਉਧਰਲੇ ਪਾਸੇ ਵੀ ਉਲਝੋਗੇ। ਹੁਣ ਪੰਚਾਇਤਾਂ ਕਈ ਸਰਪੰਚ ਜਿਹੜੇ ਨੇ ਉਧਰ ਪਹੁੰਚ ਕਰ ਚੁੱਕੇ ਨੇ। ਦੂਜੇ ਬੰਨੇ ਇਹ ਹੈ ਕਿ ਕੀ ਇਹਨਾਂ ਦੀ ਤਿਆਰੀ, ਜਾਂ ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿ 0 ਬਿੱਲ 90% ਤੱਕ ਲੈ ਗਏ, ਇਸ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਨੇ, ਕੀ ਇਹਦੇ ਉੱਤੇ ਇਲੈਕਸ਼ਨ ਇਸ ਵਾਰ ਸਿਰੇ ਚੜੇਗੀ? ਫਿਰ ਜੇ ਇਹ ਕਹਿੰਦੇ ਨੇ ਕਿ ਚੋਣ ਨਿਸ਼ਾਨ ਦੀ ਲੋੜ ਨਹੀਂ ਜਾਂ ਲੋਕ ਸਰਬਸੰਮਤੀ ਕਰ ਲੈਣ, ਤਾਂ ਫਿਰ ਜਦੋਂ ਦੂਜੀਆਂ ਪਾਰਟੀਆਂ ਦੇ ਸਰਪੰਚ ਜਾਂ ਪੰਚ ਪੂਰੀਆਂ ਪੰਚਾਇਤਾਂ ਪੱਟ ਕੇ ਇਧਰਲੇ ਪਾਸੇ ਆ ਗਈਆਂ, ਜਾਂ ਨਗਰ ਨਿਗਮ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਜੋ ਕੁਝ ਉਧਰ ਵੀ ਹੋ ਰਿਹਾ ਕਿ ਮੇਅਰ ਆਪਣੇ ਸਣੇ ਨਾਲ ਦੇ ਸਾਰੇ ਕੌਂਸਲਰ ਲੈ ਕੇ ਉਹ ਇਹਨਾਂ ਦੇ ਵਿੱਚ ਆ ਰਹੇ ਨੇ, ਤਾਂ ਫਿਰ ਉਹਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ, ਜਾਂ ਉਹਦੇ ਰਾਹੀਂ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਨੇ ਕਿ ਸਾਰਾ ਕੁਝ ਫੇਅਰ ਚੱਲਣਾ ਆ, ਕੋਈ ਕਹਿੰਦੇ ਈਵਨ ਓਕੇ ਕੋਲੇ ਦੀ ਵੀ ਗੱਲ ਠੀਕ, ਤੁਹਾਡੀ ਗੱਲ ਠੀਕ ਹੈ ਸੁਖਵਿੰਦਰ ਜੀ, ਪਰ ਇਹਦੇ ਵਿੱਚ ਸਮਝਣ ਦੀ ਗੱਲ ਇਹ ਹੈ, ਇਹ ਇਕੱਲੀ ਆਮ ਆਦਮੀ ਪਾਰਟੀ ਨਹੀਂ, ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਇਹ ਪੰਚਾਇਤ ਚੋਣਾਂ ਇੱਕ ਐਸਾ ਜ਼ਰੀਆ ਹੈ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਇਹ ਲੱਗਦਾ ਹੈ ਕਿ ਆਪਾਂ, ਕੋਈ ਵੀ ਪਾਰਟੀ ਹੋਵੇ, ਕਿ 2 ਧੜੇ ਤਾਂ ਕ੍ਰੀਏਟ ਕਰ ਦੋ, ਜਿਹਦੇ ਨਾਲ ਇੱਕ ਧੜਾ ਸਾਡੇ ਕੋਲੇ ਆਰਾਮ ਨਾਲ ਆ ਜੇ। ਮੰਨ ਲਓ ਜਿੱਤਣ ਵਾਲਾ ਆ ਗਿਆ, 60% ਵੋਟਾਂ ਵਾਲਾ ਆ ਗਿਆ ਤਾਂ ਬੱਲੇ ਬੱਲੇ ਹੈ, ਨਹੀਂ 40 ਵਾਲਾ ਤਾਂ ਆ ਹੀ ਗਿਆ ਨਾ ਬਿਨਾਂ ਮਿਹਨਤ ਕਰੇ। ਤੇ ਜੇ 40% ਵੋਟਾਂ ਤੇ ਤੁਹਾਡਾ ਪਕੜ ਬਣ ਗਈ, ਫਿਰ ਤੁਸੀਂ ਅਗਲੀਆਂ 10% ਤੇ 11% ਤੇ ਜ਼ੋਰ ਲਾਉਂਦੇ ਹੋ, ਠੀਕ ਹੈ ਕਿ ਨਹੀਂ? ਹੁਣ ਇਹਦੇ 2 ਪੱਖ ਨੇ। ਇੱਕ ਤਾਂ ਹੈਗਾ ਕਾਨੂੰਨੀ ਪੱਖ। ਕਾਨੂੰਨੀ ਪੱਖ ਇਹ ਹੈ ਕਿ ਇਹ ਪੰਚਾਇਤ ਨੇ ਜਨਵਰੀ ਤੱਕ ਚੱਲਣਾ ਸੀ। ਉਹਨਾਂ ਨੇ ਇਸ ਪੰਚਾਇਤੀ ਚੋਣ ਦੇ ਵਿੱਚ ਜਿਹੜੇ ਸਰਗਰਮ ਸਰਪੰਚ ਹੋਣਗੇ ਜਾਂ ਪੋਲੀਟੀਕਲ ਪਾਰਟੀਆਂ ਦੀ ਸਪੋਰਟ ਹੋਊਗੀ, ਜਿਨ੍ਹਾਂ ਨੂੰ ਡਰ ਹੈ ਕਿ ਅਸੀਂ ਪੰਚਾਇਤੀ ਚੋਣਾਂ ਹਾਰ ਨਾ ਜਾਈਏ, ਉਹਨਾਂ ਚੋਂ ਬਹੁਤ ਸਾਰੇ ਹਾਈ ਕੋਰਟ ਚਲੇ ਜਾਣਗੇ। ਮੰਨ ਲਓ ਹਾਈ ਕੋਰਟ ਨੇ ਕਾਨੂੰਨੀ ਨੁਕਤੇ ਨੂੰ ਲੈ ਕੇ ਇਹਦੇ ਵਿੱਚ ਕੋਈ ਸਟੇ ਕਰਤੀ ਕਿ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਚੋਣ ਨਾ ਕਰਵਾਈ ਜਾਵੇ। ਮੇਰੀ ਸਮਝ ਮੁਤਾਬਕ ਜੇਕਰ ਏਦਾਂ ਹੋ ਜਾਂਦਾ ਹੈ ਤਾਂ ਇਸ ਦਾ ਫਾਇਦਾ
ਆਮ ਆਦਮੀ ਪਾਰਟੀ ਨੂੰ ਮਿਲੇਗਾ, ਜਿਹੜੀ ਸੱਤਾ ਧਿਰ ਹੈ। ਕਿਉਂਕਿ ਅਲਟੀਮੇਟਲੀ ਫਿਰ ਕੀ ਹੋਏਗਾ, ਪਿੰਡਾਂ ਦੇ ਵਿੱਚ ਧੜੇ ਤਾਂ ਹੈਗੇ, ਜਿਹੜਾ ਸਰਪੰਚ ਸਟੇ ਲੈ ਗਿਆ ਤੇ ਜਿਹੜਾ ਧੜਾ ਉਹਦੇ ਵਿਰੁੱਧ ਹੈ ਉਹ ਆਪਣੇ ਆਪ ਆਮ ਆਦਮੀ ਪਾਰਟੀ ਜਿਹੜੀ ਸੱਤਾ ਧਿਰ ਹੈ ਉਹਦੀ ਝੋਲੀ ਚ ਆ ਜਾਏਗਾ ਕਿ ਜੀ ਤੁਸੀਂ ਸਾਡੀ ਸਪੋਰਟ ਕਰੋ। ਉਹ ਇਸ ਚੱਕਰ 'ਚ ਪੈ ਜਾਣਗੇ ਵੀ ਸਰਪੰਚ ਦੇ ਖਿਲਾਫ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਇਹਨੇ ਆਹ ਕਰਪਸ਼ਨ ਕੀਤੀ ਹੈ, ਆਹ ਕੰਮ ਨਿਯਮਾਂ ਮੁਤਾਬਕ ਨਹੀਂ ਕੀਤਾ, ਇਹ ਜਾਂਚ ਸ਼ੁਰੂ ਹੋ ਜੂਗੀ, ਉਹ ਤੇ ਸਕੰਜਾ ਕੱਸਿਆ ਜਾਊਗਾ, ਉਹਦੇ ਸਕੰਜਾ ਮਾੜਾ ਕੱਸਿਆ ਜਾਵੇ ਚੰਗਾ ਕੱਸਿਆ ਜਾਵੇ, ਪਰ ਜਿਹੜੀ ਉਹਦੀ ਵਿਰੋਧੀ ਧਿਰ ਹੈ ਉਹ ਇਕੱਠੀ ਹੋ ਕੇ ਸਰਕਾਰ ਦੀ ਝੋਲੀ 'ਚ ਆ ਜਾਏਗੀ। ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਜਿਹੜੀ ਸੱਤਾ ਵਾਲੀ ਧਿਰ ਹੈ ਉਹਦੇ ਝੋਲੀ 'ਚ ਆ ਜਾਏਗੀ। ਇੱਕ ਪਹਿਲਾ ਨੁਕਤਾ। ਦੂਜਾ ਨੁਕਤਾ, ਜੇ ਚੋਣ ਹੋ ਜਾਂਦੀ ਹੈ ਤਾਂ ਜਿਹੜੀ ਗੱਲ ਮੈਂ ਦੱਸੀ ਹੈ, ਫਿਰ ਸਰਕਾਰਾਂ ਕੀ ਕਰਦੀਆਂ ਹੁੰਦੀਆਂ ਨੇ, ਮੈਂ ਇਹ ਨਹੀਂ ਦੋਸ਼ ਲਾਉਂਦਾ ਕਿ ਆਮ ਆਦਮੀ ਪਾਰਟੀ ਇਹ ਕਰੇਗੀ। ਜਿਹੜਾ ਆਮ ਟ੍ਰੈਂਡ ਹੈ ਉਹ ਇਹ ਹੈ ਕਿ ਜਿੱਥੇ ਤਾਂ ਸਰਕਾਰ ਦਾ ਜਿਹੜਾ ਸਰਕਾਰੀ ਧਿਰ ਦਾ ਸੱਤਾ ਵਾਲੀ ਧਿਰ ਦਾ ਸਰਪੰਚ ਚੁਣਿਆ ਜਾ ਰਿਹਾ ਹੈ ਬਿਨਾਂ ਮੁਕਾਬਲੇ ਤੋਂ, ਠੀਕ ਹੈ ਜੀ, ਉੱਥੇ ਤੇ ਉਹਦੀ ਸਪੋਰਟ ਕਰਦੀ ਹੈ ਸਰਕਾਰ, ਚਲਾਕੀ ਨਾਲ ਦੂਜੇ ਬੰਦਿਆਂ ਦੇ ਖਿਲਾਫ ਗਰਦੌਰੀਆਂ ਕਰਕੇ, ਪੰਚਾਇਤੀ ਜ਼ਮੀਨ ਦਾ ਪੰਗਾ ਪਾ ਕੇ, ਕੋਈ ਹੋਰ ਸਿਆਪਾ ਪਾ ਕੇ, ਇਤਰਾਜ਼ ਲੈ ਕੇ ਉਹਨਾਂ ਦੇ ਕਾਗਜ਼ ਵੀ ਰੱਦ ਕੀਤੇ ਜਾਂਦੇ ਨੇ। ਇਸ ਤਰ੍ਹਾਂ ਦੀ ਧੱਕੇ ਕਰਦੇ ਨੇ ਕਿਉਂਕਿ ਸਰਕਾਰ ਨੇ ਕਰਾਉਣਾ ਹੁੰਦਾ ਵੀ ਸਾਡੀ ਬੱਲੇ ਬੱਲੇ ਦੇਖੋ ਜੀ ਸਾਡੇ ਇੰਨੇ ਬੰਦੇ। ਜਿਹੜੇ ਵੀ ਬੰਦੇ ਸਰਬਸੰਮਤੀ ਨਾਲ ਜਿੱਤ ਜਾਂਦੇ ਨੇ ਉਹ ਚੋਂ ਮੈਜੋਰਿਟੀ ਇਹ ਮੰਨ ਲਿਆ ਜਾਵੇ ਕਿ 80% ਉਹ ਸਰਕਾਰ ਦੇ ਜਿੱਤਣੇ ਨੇ, ਦੂਜਿਆਂ ਨੂੰ ਨਹੀਂ ਜਿੱਤਣ ਦੇਣਾ ਇਹਨਾਂ ਨੇ। ਉਹ ਮੈਂ ਪੁਰਾਣੀਆਂ ਸਰਕਾਰਾਂ ਦੀ ਗੱਲ ਕਰਦਾ, ਇਹ ਟ੍ਰੈਂਡ ਰਿਹਾ ਅਕਾਲੀਆਂ ਵੇਲੇ ਵੀ ਕਾਂਗਰਸ ਵੇਲੇ ਵੀ। ਇਹ ਹੁਣ ਨਵਾਂ ਕੀ ਕਰਨਗੇ ਹਾਲੇ ਆਪਾਂ ਨਹੀਂ ਦੱਸ ਸਕਦੇ, ਪਰ ਟ੍ਰੈਂਡ ਇਹ ਕਹਿੰਦੇ ਨੇ, ਮੈਨੂੰ ਸ਼ੱਕ ਹੈ ਜਾਂ ਮੇਰੀ ਪਰਸੈਪਸ਼ਨ ਹੈ ਕਿ ਇਹ ਏਦਾਂ ਹੀ ਹੋਏਗਾ। ਹੁਣ ਦੋਨੇ ਹੱਥ ਲੱਡੂ ਨੇ ਸੱਤਾ ਵਾਲੀ ਧਿਰ ਦੇ। ਜੇ ਤਾਂ ਵੈਸੇ ਹੀ ਜਿੱਤਿਆ ਜਾਂਦਾ ਹੈ ਤਾਂ ਜਿੱਥੇ ਉਹਨਾਂ ਦਾ ਜਿੱਤਣ ਵਾਲਾ ਹੋਏਗਾ ਉੱਥੇ ਜੋ ਮਰਜ਼ੀ ਉੱਥੇ ਚੋਣ ਕਰਾਉਣਗੇ, ਚੋਣ ਦੇ ਵਿੱਚ ਹਰ ਹਰਬਾ ਵਰਤਿਆ ਜਾਊਗਾ, ਉਹ ਬੰਦੇ ਦੀ ਸਪੋਰਟ ਕੀਤੀ ਜਾਊਗੀ ਹਾਰਨ ਵਾਲੇ ਦੀ। ਜਿਹੜਾ ਪ੍ਰਸ਼ਾਸਨ ਹੈ ਉਹ ਉਹਦੀ ਥੋੜੀ ਬਹੁਤੀ ਮਦਦ ਕਰੂਗਾ, ਮਦਦ ਨਾਲ ਜਿੱਤ ਗਿਆ ਤਾਂ ਠੀਕ ਹੈ, ਜੇ ਨਾ ਜਿੱਤਿਆ ਫਿਰ ਧੜਾ ਤੇ ਇੱਕ ਬਰਾਬਰ ਖੜਾ ਹੋ ਗਿਆ ਨਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਪੈਂਤੜ ਹੈ ਇਹਨਾਂ ਦਾ, ਆਮ ਆਦਮੀ ਪਾਰਟੀ ਦਾ। ਇਕੱਲਾ ਇਹਨਾਂ ਦਾ ਨਹੀਂ, ਇਹਨਾਂ ਦੀ ਥਾਂ ਤੇ ਚਾਹੇ ਕਾਂਗਰਸ ਹੁੰਦੀ ਚਾਹੇ ਅਕਾਲੀ ਹੁੰਦੇ, ਉਹਨਾਂ ਨੇ ਵੀ ਇਹ ਹੀ ਕਰਨਾ ਸੀ। ਸੋ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਸਟੇ ਮਿਲ ਜੇ ਨਾ ਮਿਲ ਜੇ, ਇਹ ਜਿਹੜਾ ਮਾਮਲਾ ਕੋਰਟ ਚ ਉਲਝ ਜੇ, ਮੈਨੂੰ ਇਹ ਲੱਗਦਾ ਵੀ ਜੇਕਰ ਇਹ ਉਲਝ ਜੇ, ਕਿਉਂਕਿ ਜਨਵਰੀ ਤੋਂ ਪਹਿਲਾਂ ਜਿਹੜੀ ਉਹ ਸਟੇਟਾਂ ਦੀ ਜਿਹੜਾ ਸੈਮੀ ਫਾਈਨਲ ਕਹਿੰਦੇ ਆ ਅਸੀਂ, ਉਹਨਾਂ ਦੀ ਇਲੈਕਸ਼ਨ ਆ ਜਾਣੀ ਹੈ, ਜਿਹਦੇ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਇਹ ਜਿਹੜੇ ਸੂਬੇ ਨੇ, ਇੱਕ ਅੱਧਾ ਹੋਰ ਹੈ ਤੇਲੰਗਾਨਾ ਹੈ ਸ਼ਾਇਦ, ਇੱਕ ਨਾਰਥ ਈਸਟ ਚੋਂ ਵੀ ਆ ਕੋਈ ਇੱਕ ਸੂਬਾ, ਮਿਜ਼ੋਰਮ ਹੈ ਸ਼ਾਇਦ, ਮੈਨੂੰ ਕਲੀਅਰ ਨਹੀਂ। ਮਤਲਬ ਉਹ ਜਿਹੜੇ 4-5 ਸਟੇਟਾਂ ਦੇ ਵਿੱਚ ਜੇ ਕੋਈ ਹਵਾ ਇੰਡੀਆ ਅਲਾਇੰਸ ਦੀ ਬਣ ਜਾਂਦੀ ਹੈ ਤਦ ਮੌਕਾ ਮਿਲ ਜਾਏਗਾ ਆਮ ਆਦਮੀ ਪਾਰਟੀ ਨੂੰ ਰਿਵਿਊ ਕਰਨ ਦਾ, ਵਿਚਾਰ ਕਰਨ ਦਾ। ਜੇਕਰ ਉਦੋਂ ਪਹਿਲਾਂ ਪੰਚਾਇਤਾਂ ਦੀਆਂ ਚੋਣਾਂ ਇਹ ਜਿੱਤ ਲੈਂਦੇ ਨੇ, ਇਹਨਾਂ ਦੇ ਬਹੁਤ ਬੰਦੇ ਜਿੱਤ ਲੈਂਦੇ ਨੇ, ਫਿਰ ਇਹਨਾਂ ਦੇ ਹੱਥ ਇੱਕ ਹੋਰ ਤਾਕਤ ਆਏਗੀ ਜਿਹਦੇ ਬੇਸ ਤੇ ਇਹ ਨੈਗੋਸ਼ੀਏਸ਼ਨ ਕਰਨਗੇ ਕਿ ਦੇਖੋ ਜੀ ਪੰਚਾਇਤਾਂ ਦੇ ਵਿੱਚ ਸਾਡੀ ਜਿੱਤ ਇੰਨੀ ਵੱਡੀ ਹੋਈ ਹੈ, ਇਹਦੇ ਕਰਕੇ ਸਾਨੂੰ ਇੰਨੀਆਂ ਸੀਟਾਂ ਛੱਡ ਦਿਓ ਜਾਂ ਪੂਰਾ ਪੰਜਾਬ ਸਾਨੂੰ ਛੱਡ ਦਿਓ, ਕਾਂਗਰਸ ਨੂੰ ਬਹੁਤ ਸੀਮਾ ਦੇ ਵਿੱਚ ਲਿਆ ਕੇ 2-3 ਸੀਟਾਂ ਤੇ ਕਿਤੇ ਕੰਟੇਨ ਕਰ ਦਿਓ। ਮੈਨੂੰ ਇਹ ਲੱਗਦਾ ਕਿ ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇਹਦੇ ਨਾਲ ਜਿਹੜਾ ਨੈਗੋਸ਼ੀਏਸ਼ਨ ਦੇ ਵਿੱਚ ਉਹ ਜਿਹੜਾ ਦੇਣ ਲੈਣ ਕਰਨਾ ਹੈ ਉਹਦੇ ਵਿੱਚ ਹੈਲਪ ਮਿਲੇਗੀ ਇਹਨਾਂ ਨੂੰ। ਜੇਕਰ ਕਿਉਂਕਿ ਸੱਤਾ ਧਿਰ ਇਹ ਹੈ ਵੀ ਜਿੱਤ ਤਾਂ ਲੈਂਦੀ ਹੈ, ਜਿਹੜੀਆਂ ਇਹ ਚੋਣਾਂ ਨੇ ਪੰਚਾਇਤ ਚੋਣਾਂ ਨਾ, ਜੇ ਹਾਰ ਗਈ ਤਾਂ ਇਹਨਾਂ ਨੇ ਕਹਿਣਾ ਵੀ ਸਾਡਾ ਕਿਹੜਾ ਚੋਣ ਨਿਸ਼ਾਨ ਸੀ, ਠੀਕ ਹੈ ਕਿ ਨਹੀਂ। ਜਿਹੜੇ ਜਿੱਤੇ ਹੁੰਦੇ ਨੇ ਉਹਨਾਂ ਨੇ ਵੀ ਗਰੰਟਾਂ ਲੈਣੀਆਂ ਹੁੰਦੀਆਂ ਨੇ, ਫਿਰ ਉੱਥੇ ਵੱਡਾ ਇਕੱਠ ਕਰਕੇ ਉਹ ਦਿਖਾ ਦਿੰਦੇ ਨੇ ਵੀ ਅਸੀਂ ਤਾਂ ਮੈਜੋਰਿਟੀ 'ਚ ਜਿਹਦੀ ਸਰਕਾਰ ਹੈ ਅਸੀਂ ਤਾਂ ਉਹਨਾਂ ਨਾਲ ਹੀ ਆ, ਚੋਣ ਨਿਸ਼ਾਨ ਨਹੀਂ ਦੇਣਾ। ਸੋ ਇਸ ਕਰਕੇ ਇਹ ਗੁਪਤ ਪੈਂਤੜਾ ਹੁੰਦਾ ਹੈ। ਇਹ ਕਾਂਗਰਸ ਵੀ ਕਦੇ ਆਪਣੀ ਉਸ ਤੇ ਨਹੀਂ ਲੜਦੀ ਚੋਣ ਨਿਸ਼ਾਨ ਤੇ, ਅਕਾਲੀ ਦਲ ਵੀ ਆਪਣੀ ਚੋਣ ਨਿਸ਼ਾਨ ਤੇ ਨਹੀਂ ਲੜਦਾ, ਪਰ ਦਾਅਵੇ ਸਾਰੇ ਕਰਦੇ ਨੇ ਕਿ ਸਾਡੇ ਸਰਪੰਚ ਇੰਨੇ ਨੇ, ਸਾਡੇ ਸਰਪੰਚ ਇੰਨੇ ਨੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਸ ਪੈਂਤੜੇ ਨਾਲ ਜੇਕਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੋ ਜਾਂਦੀ ਹੈ, ਔਰ ਮੈਨੂੰ ਉਮੀਦ ਹੈ ਕਾਮਯਾਬ ਹੋ ਜਾਣਾ ਹੈ,
ਜਿਵੇਂ ਕਿਵੇਂ ਸੱਤਾਧਿਰ ਧਿਰ ਹੈ ਜਿਹੜੀ ਉਹਦੇ ਕੋਲੇ ਬੜੀਆਂ ਤਾਕਤਾਂ ਹੁੰਦੀਆਂ ਨੇ। ਅੱਛਾ, ਲੋਕਾਂ ਨੂੰ ਵੀ ਇਹ ਲੱਗਦਾ ਹੈ ਕਿ ਸਰਪੰਚ ਜੇਕਰ ਸਰਕਾਰੀ ਧਿਰ ਦਾ ਹੋਏਗਾ, ਕੋਈ ਗ੍ਰਾਂਟ ਲਿਆਏਗਾ, ਪਿੰਡ 'ਚ ਕੋਈ ਕੰਮ ਹੋਏਗਾ, ਲੋਕ ਵੀ ਏਦਾਂ ਸੋਚ ਲੈਂਦੇ ਨੇ। ਇਹ ਵੀ ਗੱਲ ਸਹੀ ਹੈ ਕਿਸੇ ਹੱਦ ਤੱਕ। ਆਮ ਆਦਮੀ ਤੋਂ ਭਾਵ ਆਮ ਨਾਗਰਿਕ, ਇੱਕ ਤਾਂ ਆਮ ਆਦਮੀ ਬਣਾ ਉਲਝਾਉਂਦਾ ਹੈ ਨਾ, ਇਹ ਹੋਰ ਹੀ ਤਰ੍ਹਾਂ ਦਾ ਸ਼ਬਦ ਹੋ ਗਿਆ। ਆਮ ਨਾਗਰਿਕ ਇਹ ਸੋਚਦਾ ਹੈ। ਸੋ ਇਸ ਕਰਕੇ ਇਹਦੇ ਨਾਲ ਜਿਹੜਾ ਉਹਨਾਂ ਦਾ ਲੈਣ ਦੇਣ ਦੀ ਤਾਕਤ, ਮੇਰਾ ਖਿਆਲ ਹੈ ਉਹਨਾਂ ਦੀ ਵਧੇਗੀ। ਉਹ ਕਿੰਨੀ ਵਧੇਗੀ ਵਕਤ ਦੱਸੇਗਾ ਜੀ। ਜੀ ਸਰ। ਪਰ ਇਹਦੇ ਵਿਚਾਲੇ ਜਦੋਂ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ, ਕੀ ਹੋਰ ਨਹੀਂ ਤੇ ਘੱਟੋ ਘੱਟ ਬਾਕੀ ਚੋਣਾਂ ਲੰਘ ਰਹੀਆਂ ਨੇ ਜਾਂ ਲੰਘ ਚੁੱਕੀਆਂ ਨੇ, ਅੱਗੋਂ ਲੋਕ ਸਭਾ ਦੀਆਂ ਆਉਣੀਆਂ, ਉਦੋਂ ਪਹਿਲਾਂ ਜੇ ਇਹ ਪੰਚਾਇਤੀ ਚੋਣਾਂ ਨੇ, ਇਸ ਦੇ ਵਿੱਚ ਕੀ ਟ੍ਰੇਲਰ ਪੰਜਾਬ ਦੇ ਮੁੱਦਿਆਂ ਨੂੰ ਦੇਖਿਆ ਜਾ ਸਕਦਾ ਹੈ? ਜਿਵੇਂ ਆ ਨਸ਼ਿਆਂ ਦੀ ਗੱਲ ਆ, ਮੁੱਖ ਮੰਤਰੀ ਸਾਹਿਬ ਨੇ ਆਜ਼ਾਦੀ ਦਿਹਾੜੇ ਤੇ ਵੀ ਇਹਦਾ ਜ਼ਿਕਰ ਕੀਤਾ, ਵਾਰ-ਵਾਰ ਜ਼ਿਕਰ ਆਉਂਦਾ ਆ। ਖੇਤੀ ਦੀ ਗੱਲ ਆ ਲਾ ਲਓ, ਉਦੋਂ ਵੀ ਕਹਿ ਦਿੱਤਾ ਜਾਂਦਾ ਕਿ ਜੀ ਅਸੀਂ ਇਹ ਤੇ ਨੀਤੀ ਲੈ ਕੇ ਆ ਰਹੇ ਹਾਂ, ਬਹੁਤ ਛੇਤੀ ਆ ਜਾਣੀ ਹੈ। ਸਮਾਂ ਵੀ ਲੰਘ ਗਿਆ, ਸਭ ਕੁਝ ਲੰਘ ਚੁੱਕਿਆ। ਹੁਣ ਕਿਸਾਨ ਵੀ ਮਰ ਰਹੇ ਨੇ, ਜਿਹੜਾ ਹੜ੍ਹਾਂ ਦੀ ਸਥਿਤੀ ਆ ਉਹਦੇ ਕਰਕੇ। ਇਹ ਕਹਿੰਦੇ ਸੀ ਕਿ ਫਸਲੀ ਵਿਭਿੰਨਤਾ ਦੇ ਵਿੱਚ ਕਿਸਾਨਾਂ ਨੂੰ ਪਾਉਣਾ, ਪਰ ਉਹ ਕਿਸੇ ਵੀ ਪਾਸੇ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਰਾ ਕੁਝ ਨਸ਼ਿਆਂ ਦੀ ਗੱਲ ਹੈ, ਆਪ ਇਹ ਦਾਅਵੇ ਕਰਦੇ ਨੇ। ਇਹ ਮੁੱਦਾ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਵੀ ਹੱਲ ਕਰ ਪਾਏ। ਜਿਸ ਹਿਸਾਬ ਨਾਲ 1.5 ਸਾਲ ਲੰਘ ਗਿਆ, ਹੁਣ ਵੀ ਇਹ ਕਹਿੰਦੇ ਨੇ ਕਿ ਅਸੀਂ ਨੀਤੀ ਲਿਆ ਰਹੇ ਹਾਂ, ਬਹੁਤ ਛੇਤੀ ਲੈ ਆਵਾਂਗੇ, ਪਰ ਉਹਦੇ ਨਾਲ ਹੋਣਾ ਕੀ ਆ? ਲੋਕ ਜਿਵੇਂ ਆਪਣੇ ਪਿੰਡ ਪੱਧਰ ਦੇ ਉੱਤੇ, ਹਲਕਾ ਪੱਧਰ ਤੇ ਸਾਰੀਆਂ ਕਮੇਟੀਆਂ ਬਣਾ ਰਹੇ ਨੇ, ਕੀ ਇਹਨਾਂ ਚੋਣਾਂ ਦੇ ਵਿੱਚ ਅਸੀਂ ਉਸ ਨੂੰ ਮੁੱਦਾ ਸਮਝਿਆ ਜਾਵੇ ਕਿ ਲੋਕ ਕੀ ਵਾਕਈ ਉਸ ਮੁੱਦੇ ਨੂੰ ਉਭਾਰ ਕੇ ਆਪਣੀਆਂ ਪੰਚਾਇਤਾਂ ਚੁਣਨਗੇ? ਤੇ ਜੇ ਚੁਣਨਗੇ ਤਾਂ ਉਹਦਾ ਅੱਗੇ ਜਾ ਕੇ ਸਿਆਸਤਦਾਨਾਂ ਤੇ ਜਾਂ ਅਗਲੀ ਸਿਆਸਤ ਤੇ ਜਾਂ ਪਾਰਟੀਆਂ ਦੇ ਉੱਤੇ ਕਿੱਦਾਂ ਦਾ ਇਫੈਕਟ ਪੈ ਸਕਦਾ ਹੈ? ਜਾਂ ਲੋਕ ਸਭਾ ਚੋਣਾਂ ਤੇ ਕਿਵੇਂ ਉਹ ਮੁੱਦੇ ਅੱਗੇ ਜਿਹੜੇ ਨੇ ਉਹ ਜੀਵੰਤ ਰਹਿ ਸਕਦੇ ਨੇ? ਕਿ ਇਸ ਉੱਤੇ ਗੱਲ ਹੋਣੀ ਚਾਹੀਦੀ ਹੈ। ਹਰ ਬੰਦੇ ਨੂੰ ਆਪਣੀ ਓਪੀਨੀਅਨ ਰੱਖਣ ਦਾ ਹੱਕ ਹੈ, ਪਰੰਤੂ ਮੈਂ ਜਦੋਂ ਪਿੰਡਾਂ ਵਿੱਚ ਵਿਚਰਦਾ, ਪਿਛਲੇ ਸਮੇਂ ਵਿੱਚ ਵੀ ਅੱਜ ਵੀ, ਜੋ ਕੁਝ ਮੈਂ ਐਨਾਲਾਈਜ਼ ਕਰਦਾ, ਮੈਂ ਦੇਖਦਾ ਕਿ ਇਹ ਚੋਣਾਂ ਵਿੱਚ ਜਿਹੜੇ ਸੂਬੇ ਦੇ ਮੁੱਦੇ ਨੇ, ਚਾਹੇ ਉਹ ਬੇਰੁਜ਼ਗਾਰੀ ਦਾ ਹੋਵੇ, ਚਾਹੇ ਉਹ ਨਸ਼ਿਆਂ ਦਾ ਹੋਵੇ, ਚਾਹੇ ਉਹ ਕਰਪਸ਼ਨ ਦਾ ਹੋਵੇ, ਚਾਹੇ ਕੋਈ ਏਦਾਂ ਦਾ ਹੋਰ ਮੁੱਦਾ ਹੋਵੇ, ਖੇਤੀ ਨੀਤੀ ਦਾ ਹੋਵੇ, ਇਹ ਨੀਤੀਆਂ ਤੇ ਪੰਚਾਇਤ ਚੋਣਾਂ ਨਹੀਂ ਲੜੀਆਂ ਜਾਂਦੀਆਂ। ਇਹ ਸਿਰਫ ਤੇ ਸਿਰਫ ਪਿੰਡਾਂ ਦੇ ਮੁੱਦਿਆਂ ਤੇ ਲੜੀਆਂ ਜਾਂਦੀਆਂ ਨੇ। ਪਿੰਡਾਂ ਦੇ ਵਿੱਚ ਧੜੇ ਨੇ, ਉਹ ਧੜਿਆਂ 'ਚ ਇੱਕ ਧੜਾ ਇੱਕ ਪਾਸੇ ਖੜਾ, ਦੂਜਾ ਧੜਾ ਇੱਕ ਪਾਸੇ ਖੜਾ ਹੈ। ਜਿਹੜੇ ਥੋੜੇ ਜਿਹੇ ਨਿਊਟਰਲ ਲੋਕ ਨੇ, ਉਹ ਸਮੇਂ 'ਚ ਕੀ ਤੋਂ ਪ੍ਰਭਾਵਿਤ ਹੁੰਦੇ ਨੇ? ਉਹ ਲੋਕਲ ਮੁੱਦਿਆਂ ਤੇ ਹੁੰਦੇ ਆ। ਸਾਡਾ ਵੋਟਰ ਹਾਲੇ ਇੰਨਾ ਸਿਆਣਾ ਨਹੀਂ ਹੈ ਕਿ ਆਪਾਂ ਕਹੀਏ ਵੀ ਪੰਚਾਇਤ ਚੋਣਾਂ ਦੇ ਵਿੱਚ ਵੀ ਉਹ ਮੁੱਦਿਆਂ ਤੇ ਭਾਗ ਲਏਗਾ। ਸਾਡਾ ਵੋਟਰ ਤਾਂ ਹਾਲੇ ਅਸੈਂਬਲੀ ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਮੁੱਦਿਆਂ ਦੇ ਵਿਚਾਰਾ ਉਲਝ ਜਾਂਦਾ ਹੈ, ਉਹਨੂੰ ਸਮਝ ਨਹੀਂ ਲੱਗਦੀ। ਪਰੰਤੂ ਉੱਥੇ ਜ਼ਰੂਰ ਮੁੱਦੇ ਹਾਈਲਾਈਟ ਹੁੰਦੇ ਨੇ। ਇੱਥੇ ਪ੍ਰੋਬਲਮ ਇਹ ਆਉਂਦੀ ਹੈ ਕਿ ਹਰ ਇੱਕ ਪਿੰਡ ਦਾ ਵੱਖਰਾ ਮੁੱਦਾ ਹੁੰਦਾ ਹੈ। ਹਾਂ, ਅਖਬਾਰਾਂ 'ਚ ਬਿਆਨ ਦੇ ਦਿੱਤੇ ਜਾਣਗੇ, ਉਹ ਵੱਖਰੀ ਗੱਲ ਹੈ। ਵਿਰੋਧੀ ਧਿਰ ਕਹੇਗੀ ਬੜੀ ਮਹਿੰਗਾਈ ਹੋ ਗਈ, ਇਹਨਾਂ ਦੀ ਸਰਕਾਰ ਫੇਲ ਹੋ ਗਈ, ਇਹਨਾਂ ਤੋਂ ਨਸ਼ੇ ਹੱਲ ਨਹੀਂ ਹੋਏ, ਇਹਨਾਂ ਤੋਂ ਆਹ ਨਹੀਂ ਹੋਇਆ। ਦੂਜੀ ਧਿਰ ਕੋਈ ਹੋਰ ਕਹੇਗੀ। ਪਰੰਤੂ ਮੈਨੂੰ ਨਹੀਂ ਲੱਗਦਾ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜੀ ਸੰਭਾਵਨਾ ਹੋਏਗੀ। ਹਾਂ, ਪਿੰਡਾਂ ਦੇ ਵਿੱਚ ਵੀ ਜਿੱਥੇ ਕਿਤੇ ਸਰਪੰਚੀ 'ਚ ਕਰਪਟ ਪ੍ਰੈਕਟਿਸਿਸ ਨੇ, ਸਰਪੰਚ ਨੇ ਕੀਤੀਆਂ ਜਿਹੜੀਆਂ, ਚਾਹੇ ਉਹ ਜਿਹੜਾ ਵੀਡੀਓ ਬਲਾਕ ਨਾਲ ਰਲ ਕੇ ਕੀਤਾ ਹੋਵੇ ਕੰਮ, ਉਹ ਮੁੱਦੇ ਕਿਤੇ ਕਿਤੇ ਖੜੇ ਹੁੰਦੇ ਨੇ। ਉਹ ਮੁੱਦੇ ਵੱਡੇ ਬਣ ਜਾਂਦੇ ਨੇ ਕਿ ਸਾਡਾ ਕੰਮ ਕਰਾਉਣ ਦੀ ਬਜਾਏ ਸਰਪੰਚ ਸਾਹਿਬ ਨੇ ਆਪ ਕਰਪਸ਼ਨ ਕੀਤੀ ਹੈ, ਉਹਨੇ ਵੱਡਾ ਘਰ ਪਾ ਲਿਆ, ਉਹਨੇ ਵੱਡੀ ਕਾਰ ਲੈ ਲਈ ਹੈ। ਏਦਾਂ ਦੇ ਮੁੱਦੇ ਕਿਤੇ ਕਿਤੇ ਦਿਖਾਈ ਦਿੰਦੇ ਨੇ ਲੋਕਲ ਲੈਵਲ ਤੇ। ਪਰੰਤੂ ਹੋਰ ਮੁੱਦੇ ਨੇ ਜਿਹੜੇ ਮਹਿੰਗਾਈ, ਬੇਰੁਜ਼ਗਾਰੀ, ਕੇਂਦਰ ਦੀ ਸਰਕਾਰ, ਬੀਜੇਪੀ ਦੀ ਨੀਤੀ, ਖੇਤੀ ਨੀਤੀ, ਇਹ ਕਿਤੇ ਬਹੁਤ ਵੱਡੀ ਪੱਧਰ ਤੇ ਨਹੀਂ ਦਿਖਾਈ ਦਿੰਦੀਆਂ। ਕਿਤੇ ਕਿਤੇ ਜਿਹੜੀਆਂ ਇਹ ਚੋਣਾਂ ਨੇ ਆਪਣੀਆਂ ਮਿਊਨਿਸਪੈਲਿਟੀਜ਼ ਵਾਲੀਆਂ, ਇਹਨਾਂ 'ਚ ਜ਼ਰੂਰ ਕੁਝ ਮੁੱਦੇ ਹਾਵੀ ਰਹਿੰਦੇ ਨੇ। ਇਹਨਾਂ ਦਾ ਕਾਰਨ ਇਹ ਹੈ ਕਿ ਇੱਥੇ ਪਾਪੂਲੇਸ਼ਨ ਵੱਡੀ ਗਿਣਤੀ 'ਚ ਹੁੰਦੀ ਹੈ। ਪਿੰਡਾਂ ਦੀ ਤਾਂ ਹਰ ਇੱਕ ਪਿੰਡ ਦੇ ਆਪਦਾ ਯੂਨਿਟ ਹੈ। ਜਿੱਥੇ ਵੱਡੇ ਪਿੰਡ ਨੇ ਉੱਥੇ 4-4 ਪੰਚਾਇਤਾਂ ਬਣਾਤੀਆਂ। ਮਤਲਬ ਜੇ ਆਪਾਂ ਕਹੀਏ ਕਿ ਉੱਥੇ ਤਾਂ 1500 ਵੋਟਰ ਨੇ ਇੱਕ ਪੰਚਾਇਤ ਚੁਣਨੀ ਹੁੰਦੀ ਹੈ ਔਨ ਐਨ ਐਵਰੇਜ, ਤੇ ਉਹ 1500 ਵੋਟਰ ਦੇ ਵਿੱਚ 1000 ਵੋਟਰ ਹੈ ਜਿਹੜਾ ਪਹਿਲਾਂ ਹੀ ਵੰਡਿਆ ਹੁੰਦਾ ਹੈ। ਉਹਦਾ ਪਹਿਲਾਂ ਹੀ ਪਤਾ ਹੁੰਦਾ ਵੀ ਆਹ ਇੱਧਰ ਹੈ, ਆਹ ਇੱਧਰ ਹੈ। ਉਹ ਜਿਹੜਾ ਉੱਪਰ ਵਾਲਾ ਹੈ, ਉਹਨਾਂ ਦੇ ਵਿੱਚ ਨੈਗੋਸ਼ੀਏਸ਼ਨ ਹੋ ਜਾਂਦੀ ਹੈ ਕਿ ਤੁਹਾਨੂੰ ਇੱਕ ਪੰਚ ਦੇ ਦਿੰਦੇ ਆ, ਇੱਕ ਇਹ ਦੇ ਦਿੰਦੇ ਆ। ਇਸ ਕਿਸਮ ਦੀਆਂ ਨੈਗੋਸ਼ੀਏਸ਼ਨ ਨਾਲੇ ਚੋਣਾਂ ਜਿੱਤੀਆਂ ਜਾਂਦੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਸੂਬੇ ਦੇ ਮੁੱਦੇ ਜਿਹੜੇ ਇਹਦੇ ਵਿੱਚ ਕਿਤੇ ਹਾਵੀ ਰਹਿੰਦੇ ਨੇ ਜਾਂ ਕੌਮੀ ਮੁੱਦੇ 'ਚ ਹਾਵੀ ਰਹਿੰਦੇ ਨੇ।
ਪਰ ਪ੍ਰੋਫੈਸਰ ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਆ ਨਾ, ਸਰਕਾਰ ਸੰਕਲਪ ਲੈਂਦੀ ਹੈ, ਕੀ ਉਸ ਸੰਕਲਪ ਤੇ ਯਕੀਨ ਕੀਤਾ ਜਾਏ? ਜਦੋਂ ਨਸ਼ਾ ਮੁਕਤ ਹੋਣ ਦੀ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦਿਆਂਗੇ, ਜੇ ਤੁਸੀਂ ਜਾ ਕੇ ਕਿਸੇ ਅਧਿਆਪਕ ਨੂੰ ਜਾਂ ਪ੍ਰਿੰਸੀਪਲ ਨੂੰ ਜਾਂ ਔਨ ਡਿਊਟੀ ਕਿਸੇ ਬੰਦੇ ਨੂੰ ਸ਼ਰਾਬ ਪੀਤੀ 'ਚ ਫੜ ਲੈਂਦੇ ਹੋ, ਤਾਂ ਤੁਹਾਡੀ ਨੀਤੀ ਕੀ ਹੈ ਉਸ ਦੇ ਪ੍ਰਤੀ? ਜਾਂ ਤੁਹਾਡੇ ਅੰਦਰ ਜੋ ਇਹੋ ਜਿਹੇ ਕੰਮ ਚੱਲਦੇ ਨੇ ਉਹਨਾਂ ਪ੍ਰਤੀ ਤੁਹਾਡੀ ਨੀਤੀ ਫਿਰ ਦੋਹਰੀ ਕਿਉਂ ਹੋ ਜਾਂਦੀ ਹੈ? ਇਹ ਸਵਾਲ ਖੜੇ ਹੁੰਦੇ ਨੇ। AIG ਰਾਜੀਵ ਜਿਹਨੂੰ ਬਰਖਾਸਤ ਕੀਤਾ ਗਿਆ, 4 ਮਹੀਨੇ ਤੋਂ ਹੱਥ ਨਹੀਂ ਲੱਗਿਆ, ਹਾਈ ਕੋਰਟ ਤੋਂ ਜ਼ਮਾਨਤਾਂ ਨਾ ਮਨਜ਼ੂਰ ਹੋਈਆਂ ਪਈਆਂ, ਜ਼ਮਾਨਤ ਨਹੀਂ ਹੋ ਰਹੀ, ਇਹਦੇ ਬਾਵਜੂਦ ਵੀ ਉਹ ਬੰਦਾ ਹੱਥ ਨਾ ਆਉਣਾ ਤਾਂ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦਾ ਨਾ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ, ਜੋ ਸਰਕਾਰ ਦਾ ਹਿੱਸਾ ਨੇ ਜਾਂ ਸਰਕਾਰ ਤੋਂ ਜਿਹੜੇ ਬਾਹਰ ਨੇ, ਆਖਿਰਕਾਰ ਕੀ ਕਾਰਨ ਹੈ? ਜਿਹਨੂੰ ਤੁਸੀਂ ਫੜਨਾ ਚਾਹੋ ਉਹਨੂੰ ਰਾਤੋਂ ਰਾਤ ਵੀ ਫੜ ਲੈਂਦੇ ਹੋ, ਕਿਤੋਂ ਵੀ ਪੈੜ ਨੱਪੀ ਜਾ ਸਕਦੀ ਹੈ, ਭਾਵੇਂ ਵਿਦੇਸ਼ ਤੋਂ ਚੁੱਕ ਲਿਆਓ, ਤੇ ਇੱਥੇ ਰਹਿੰਦੇ ਆ ਤੁਹਾਡੇ ਪੁਲਿਸ ਦੇ ਅੰਦਰ ਕੀ ਕੋਈ ਅੰਦਰਲਾ ਤੰਤਰ ਮਦਦ ਕਰ ਰਿਹਾ ਤਸਕਰਾਂ ਦੀ, ਜਾਂ ਇਹੋ ਜਿਹੀ ਪੁਸ਼ਤ ਬਣਾਈ ਕੋਈ ਸਿਆਸੀ ਤੌਰ ਉੱਤੇ ਵੀ ਕਰ ਰਿਹਾ? ਸੁਖਵਿੰਦਰ, ਇਹ ਬਹੁਤ ਔਖਾ ਗੱਲ ਹੈ ਇਹ ਕਹਿਣ ਨੂੰ। ਕੋਈ ਕਹੀ ਜਾਵੇ, ਮੈਨੂੰ ਜਿੰਨੀ ਕੁ ਸਮਝ ਹੈ, ਮੈਂ ਜਿੰਨਾ ਲੋਕਾਂ ਨਾਲ ਇੰਟਰੈਕਟ ਕੀਤਾ, ਮੈਂ ਇਹ ਵਰਤਾਰੇ ਨੂੰ ਜਿੰਨਾ ਕੁ ਸਮਝ ਸਕਿਆ, ਜੇਕਰ ਨਸ਼ਿਆਂ ਨੂੰ ਸਮਝਣਾ ਹੈ, ਇਹਦੇ ਸੰਬੰਧੀ ਕੋਈ ਨੀਤੀ ਬਣਾਉਣੀ ਹੈ, ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰਨਾ ਪਊਗਾ ਕਿ ਕਿੰਨੇ ਲੋਕ ਨਸ਼ੇੜੀ ਨੇ ਜਾਂ ਨਸ਼ਿਆਂ 'ਚ ਫਸੇ ਹੋਏ ਨੇ। ਫਿਰ ਆਇਡੈਂਟੀਫਾਈ ਕਰਨਾ ਪਊਗਾ ਕਿ ਇਹਨਾਂ ਦੇ ਸੋਰਸ ਕੀ ਨੇ। ਇਸ ਤਰੀਕੇ ਨਾਲ ਜੇ ਆਪਾਂ ਇਹ ਲੱਭਣਾ ਹੈ, ਜਿਹੜੇ ਲੋਕ ਸਮਰੱਥ ਨੇ, ਮੰਨ ਲਓ ਕਿਸੇ ਦੀ ਸੈਲਰੀ ਚੰਗੀ ਹੈ, ਕਿਸੇ ਦੀ ਇਨਕਮ ਚੰਗੀ ਹੈ, ਉਹ ਬਿਲਕੁਲ ਨਹੀਂ ਦੱਸਦਾ ਕਿ ਮੈਂ ਵੀ ਨਸ਼ਾ ਕਰਦਾ। ਕਿਉਂ? ਕਿਉਂਕਿ ਸਮਾਜ 'ਚ ਇਸ ਨੂੰ ਬੁਰਾਈ ਸਮਝਿਆ ਜਾਂਦਾ ਹੈ। ਇਹਨੂੰ ਸਮਝਣ ਦਾ ਇੱਕ ਤਰੀਕਾ ਤਾਂ ਇਹ ਹੈ ਵੀ ਜਾਂ ਤਾਂ ਪਹਿਲਾਂ ਇਹਨੂੰ ਖੁੱਲ੍ਹਾ ਛੱਡਣਾ ਪਊਗਾ ਕਿ ਨਸ਼ਾ ਆਮ ਮਿਲਦਾ ਹੋਵੇ, ਲਾਇਸੈਂਸ ਬਣਾ ਕੇ ਕੋਈ ਇਹੋ ਜਿਹਾ ਬਣਾ ਦਈਏ ਤਾਂ ਕਿ ਲੋਕ ਇਹ ਸਮਝਣ ਕਿ ਇਲੀਗਲ ਕੰਮ ਕਰਨ ਦੀ ਬਜਾਏ ਲੀਗਲ ਤਰੀਕੇ ਨਾਲ ਨਸ਼ਾ ਕਰੋ। ਜਿਵੇਂ ਸ਼ਰਾਬ ਹੈ, ਸ਼ਰਾਬ ਦੇ ਠੇਕੇ ਤੇ ਖੜ ਜਾਓ, ਤੁਸੀਂ ਉੱਥੋਂ ਡਾਟਾ ਤਿਆਰ ਕਰ ਸਕਦੇ ਹੋ ਵੀ ਕੌਣ ਕੌਣ ਪੀਂਦੇ ਨੇ, ਠੀਕ ਹੈ ਕਿ ਨਹੀਂ? ਜਾਂ ਤਾਂ ਕੋਈ ਨਸ਼ਿਆਂ ਦਾ ਏਦਾਂ ਸਿਸਟਮ ਹੋਵੇ, ਉਹਨੂੰ ਸਮਝ ਕੇ ਫਿਰ ਸਮਝ ਆਵੇ ਵੀ ਇਹ ਗਰੀਬ ਜਨਤਾ ਜ਼ਿਆਦਾ ਪੀਂਦੀ ਹੈ, ਫਰਸਟ੍ਰੇਟ ਲੋਕ ਜ਼ਿਆਦਾ ਪੀਂਦੇ ਨੇ, ਸਟੂਡੈਂਟ ਜ਼ਿਆਦਾ ਨਸ਼ਾ ਕਰਦੇ ਨੇ, ਬੁੱਢੇ ਲੋਕ ਜ਼ਿਆਦਾ ਨਸ਼ਾ ਕਰਦੇ ਨੇ, ਅਮੀਰ ਲੋਕ ਜ਼ਿਆਦਾ ਨਸ਼ਾ ਕਰਦੇ ਨੇ, ਸੈਲਰੀ ਕਲਾਸ ਕਰਦੀ ਹੈ। ਮਤਲਬ ਉਹ ਜੋ ਆਇਡੈਂਟੀਫਾਈ ਕਰਕੇ ਫਿਰ ਤੇ ਕੋਈ ਨੀਤੀ ਬਣ ਸਕਦੀ ਹੈ ਕਿ ਇਹਨਾਂ ਨੂੰ ਕਿਵੇਂ ਪ੍ਰੇਰਿਤ ਕਰਕੇ ਠੀਕ ਪਾਸੇ ਲਿਆਂਦਾ ਜਾ ਸਕਦਾ ਹੈ। ਜਿਹੜੀ ਸ਼ੱਕ ਹੈ ਲੋਕਾਂ ਨੂੰ, ਪਿਛਲੀਆਂ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਵੀ ਸ਼ਿਕਾਇਤਾਂ ਮਿਲੀਆਂ ਨੇ ਕਿ ਜਿਹੜੇ ਸਾਡੇ ਨਸ਼ਾ ਛਡਾਊ ਕੇਂਦਰ ਸੀ ਉਹ ਨਸ਼ਾ ਸਪਲਾਈ ਦੇ ਕੇਂਦਰ ਬਣ ਗਏ ਸੀ, ਕਿ ਜਿਹੜੇ ਲੋਕ ਨਸ਼ਾ ਛੱਡਣ ਲਈ ਉੱਥੇ ਜਾਂਦੇ ਸੀ, ਉੱਥੇ ਈਜ਼ੀ ਐਕਸੈਸ ਸੀ, ਉਹਨਾਂ ਨੂੰ ਆਰਾਮ ਨਾਲ ਨਸ਼ਾ ਮਿਲ ਜਾਂਦਾ ਸੀ। ਉਹ ਚੋਂ ਸਰਕਾਰਾਂ ਨਾਲ ਜੁੜੇ ਹੋਏ ਲੋਕ, ਜਿਹੜੇ ਗੈਂਗਸਟਰ ਕਹਿ ਲਓ, ਉਹਨਾਂ ਨੂੰ ਬਲੈਕੀਏ ਕਹਿ ਲਓ, ਏਦਾਂ ਦੇ ਗੈਂਗ ਕਹਿ ਲਓ, ਉਹ ਪੈਸੇ ਕਮਾਉਂਦੇ ਸੀ। ਹੁਣ ਜਦੋਂ ਏਦਾਂ ਦੀਆਂ ਨੀਤੀਆਂ ਹੋਣ, ਉਹਦੇ ਵਿੱਚ ਕੀ ਨੀਤੀ ਕਾਮਯਾਬ ਹੋਊਗੀ, ਕੀ ਨੀਤੀ ਲਾਗੂ ਹੋਏਗੀ? ਦੂਸਰਾ ਇਹ ਹੈ, ਸਰਕਾਰਾਂ ਨੂੰ ਪੈਸਾ ਚਾਹੀਦਾ ਹੈ। ਬਹੁਤ ਸਾਰੇ ਪੁਰਾਣੇ ਜਿਹੜੇ ਪਾਰਟੀਆਂ ਦੇ MLAs ਤੇ ਵੀ ਦੋਸ਼ ਲੱਗੇ ਨੇ ਕਿ ਉਹਨਾਂ ਨੇ ਬੜਾ ਨਸ਼ਾ ਵਕਾਇਆ ਹੈ, ਹੁਣ ਵੀ ਦੋਸ਼ ਲੱਗ ਰਹੇ ਨੇ। ਅਲਟੀਮੇਟਲੀ ਕਿਤੇ ਨਾ ਕਿਤੇ ਇਹ ਸਾਰੇ ਸਿਸਟਮ 'ਚ ਸਰਕਾਰੀ ਤੰਤਰ ਵਿੱਚ ਮਿਲਿਆ ਜੁਲਿਆ ਤਾਂ ਹੈਗਾ, ਇਹਦੇ ਬਾਰੇ ਕੋਈ ਝੂਠ ਨਹੀਂ। ਜੇਕਰ ਇਸ ਤੰਤਰ ਨਾ ਮਿਲਿਆ ਹੋਵੇ, ਹਾਂ ਹੁਣ ਇਹ ਆਪਾਂ ਕਹੀਏ ਕਿ ਕੱਲਾ ਪੁਲਿਸ ਤੰਤਰ ਮਿਲਿਆ, ਕੱਲੇ ਵੱਡੇ ਪ੍ਰਸ਼ਾਸਕ ਮਿਲੇ ਨੇ, ਜ਼ਿਲ੍ਹਾ ਪ੍ਰਸ਼ਾਸਨ ਮਿਲਿਆ, ਜਾਂ ਸਰਕਾਰ ਦੀ ਸ਼ਾਇਦ ਹੀ ਜ਼ਿਲ੍ਹਾ ਪ੍ਰਸ਼ਾਸਨ ਮਿਲਿਆ ਹੋਇਆ ਹੈ, ਕਿਤੇ ਨਾ ਕਿਤੇ ਰਲਗੱਡ ਤਾਂ ਹੈਗਾ। ਇਹ ਇੰਨਾ ਸੌਖਾ ਕੰਮ ਨਹੀਂ ਹੈਗਾ। ਰਲਗੱਡ ਇਹਦੇ ਵਿੱਚ ਹੈਗੇ ਨੇ। ਸਰਕਾਰੀ ਸ਼ਾਇਦ ਤੋਂ ਬਿਨਾਂ ਨਾ ਬਿਊਰੋਕ੍ਰੇਸੀ ਹੈਲਪ ਕਰਦੀ ਹੈ, ਨਾ ਬਿਊਰੋਕ੍ਰੇਸੀ ਸਰਕਾਰ ਨਾਲ ਮਿਲ ਕੇ ਚੱਲਦੀ ਹੈ। ਸਿਰਫ ਤੇ ਸਿਰਫ ਉਸ ਸਿਚੁਏਸ਼ਨ 'ਚ ਇਹ ਸਾਰੇ ਮਿਲ ਕੇ ਚੱਲਦੇ ਨੇ ਜਦੋਂ ਇਹ ਹੋਵੇ ਕਿ ਪੈਸਾ ਕਮਾਉਣਾ ਹੈ। ਉਹਦੇ ਵਿੱਚ ਜਿਹੜੇ ਬਲੈਕ ਕਰਦੇ ਨੇ, ਵੇਚਦੇ ਨੇ, ਉਹ ਵੀ ਪੈਸਾ ਕਮਾਉਂਦੇ ਨੇ, ਤੇ ਉਹਨਾਂ ਤੋਂ ਫਿਲਟਰ ਹੋ ਕੇ ਪੁਲਿਸ ਪ੍ਰਸ਼ਾਸਨ ਰਾਹੀਂ, ਚਾਹੇ ਉਹ ਚੁਣਵੇਂ ਹੋਣ, ਮੈਂ ਨਹੀਂ ਕਹਿੰਦਾ ਸਾਰੇ ਪੈਸਾ ਲੈਂਦੇ ਹੋਣਗੇ, ਚਾਹੇ ਉਹ ਚੁਣਵੇਂ ਹੋਣ, ਉਹ ਸਰਕਾਰਾਂ ਤੱਕ, ਸਰਕਾਰਾਂ ਦੇ ਚਹੇਤਿਆਂ ਰਾਹੀਂ। ਜ਼ਰੂਰੀ ਨਹੀਂ ਮੈਂ ਕਹਿੰਦਾ ਵੀ MLA ਪੈਸੇ ਲੈਂਦੇ ਨੇ, MLA ਦੇ ਅੱਗੇ ਬੜੇ ਭਾਈ ਭਤੀਜੇ, ਚੇਲੇ ਬਾਲ ਕੇ, ਉਹਨਾਂ ਦੇ ਸਰਗਰਮ ਵਰਕਰ, ਬੜਾ ਕੁਛ ਹੈ ਇਹ 'ਚ। ਸੋ ਇਹ ਸੱਚ ਹੈ ਕਿ ਇਹ ਸਾਰਾ ਕੁਝ ਮਿਲ ਜੁਲ ਕੇ ਚੱਲਦਾ ਹੈ। ਪਰੰਤੂ ਜੇਕਰ ਸਰਕਾਰ ਦੀ ਕਮਿਟਮੈਂਟ ਹੋਵੇ, ਉਹਨਾਂ ਦੀ ਇਸ ਗੱਲ ਤੇ
ਜਿਹੜੀ ਪ੍ਰਤੀਬੱਧਤਾ ਹੋਵੇ ਕਿ ਅਸੀਂ ਹਟਾਉਣਾ ਹੈ, ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਇਹ ਹਟ ਸਕਦਾ, ਇਸ ਤਰ੍ਹਾਂ ਦੀ ਗੱਲ ਨਹੀਂ। ਪਰੰਤੂ ਮੈਂ ਇਹ ਚ ਕਹਿਣ ਚ ਕਿਤੇ ਝਿਜਕ ਨਹੀਂ ਕਿ ਹਾਲੇ ਤੱਕ ਆਮ ਆਦਮੀ ਪਾਰਟੀ ਨੇ ਇਸ ਵਿਸ਼ੇ ਤੇ ਕੋਈ ਬਹੁਤ ਸੀਰੀਅਸਲੀ ਕੰਮ ਨਹੀਂ ਕੀਤਾ। ਉਹ ਇੱਕ ਦੋ ਬੰਦੇ ਦਿਖਾਵੇ ਲਈ, ਚਾਹੇ ਉਹ ਰਾਜਜੀਤ ਸਿੰਘ ਹੋਣ ਚਾਹੇ ਕੋਈ ਹੋਰ ਹੋਵੇ, ਉਹ ਦਿਖਾਵੇ ਲਈ ਅੱਗੇ ਆਏ ਨੇ, ਪਰੰਤੂ ਉੱਥੇ ਜਾ ਕੇ ਗੱਲ ਖੜ ਜਾਂਦੀ ਹੈ। ਜੇ ਰਾਜਜੀਤ ਸਿੰਘ SSP ਲੱਗੇ ਹੋਏ ਕੁਛ ਕਰਦੇ ਨੇ, ਤੁਹਾਡੇ ਸਾਹਮਣੇ ਹੁਣ ਇੱਕ ਜਿਹੜਾ ਬਲਾਕ ਡਿਵੈਲਪਮੈਂਟ ਜਿਹੜਾ ਡਿਵੈਲਪਮੈਂਟ ਵਿਭਾਗ ਦੇ DDPO ਨੇ ਜ਼ਮੀਨਾਂ ਵੰਡੀਆਂ ਨੇ, ਅਫਸਰ ਲੱਗ ਕੇ, ਇੱਕ ਦਿਨ ADC ਲੱਗ ਕੇ, ਮਤਲਬ ਕੀ ਆਪਾਂ ਸੋਚ ਸਕਦੇ ਹਾਂ ਵੀ ਉਹਨੇ ਆਪਣੇ ਆਪ ਹੀ ਵੰਡਤੀਆਂ? ਇਹ ਕਿਵੇਂ ਹੋ ਸਕਦਾ ਹੈ ਕਿ ਸਰਕਾਰ ਦੀ ਸ਼ਹਿ ਤੋਂ ਬਿਨਾਂ? ਅੱਛਾ, ਬੰਦੇ ਨੂੰ ਪ੍ਰਮੋਟ ਕਰਨਾ, ਬੰਦੇ ਨੂੰ ADC ਦਾ ਚਾਰਜ ਦਿਵਾਉਣਾ, ਕਲੀਅਰ ਕੱਟ ਆ ਗਿਆ ਕਿ ਮੰਤਰੀ ਨੇ ਇੱਕ ਨੇ ਸਿਫਾਰਿਸ਼ ਕੀਤੀ, ਦੂਜੇ ਨੇ ਮੰਤਰੀ ਨੇ ਮਹਿਕਮਾ ਦੇਤਾ, ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਲਾ ਕੇ ਬੰਦੇ ਨੇ ਸਾਰਾ ਕੁਝ ਕੰਮ ਕਰਤਾ। ਹੁਣ ਇਹ ਚ ਇਹ ਮੰਨ ਲਿਆ ਜਾਵੇ ਕਿ ਇਹ ਸਾਰੀ ਉਹਦੀ ਗਲਤੀ ਹੈ, ਹਾਂ, ਭਾਵੇਂ ਉਹ ਤੇ ਪਰਚਾ ਦਰਜ ਹੋ ਜਾਊਗਾ, ਫੜਿਆ ਜਾਊਗਾ, ਪਰ ਮੰਤਰੀਆਂ ਤੇ ਤਾਂ ਕਾਰਵਾਈ ਅਜੇ ਨਹੀਂ ਨਾ ਹੋਈ। ਮਤਲਬ ਇਹ ਨੀਤੀ ਉਦੋਂ ਕਾਮਯਾਬ ਹੋਊਗੀ ਜਦੋਂ ਸਮੂਹ ਜਿਹੜੇ ਬੰਦਿਆਂ ਦਾ ਰਲ ਗੱਡ ਹੈ ਉਹਨਾਂ ਤੇ ਸਾਰਿਆਂ ਤੇ ਕਾਰਵਾਈ ਹੋਊਗੀ। ਉਹ ਉਦੋਂ ਹੋਊਗੀ ਜਦੋਂ ਸਰਕਾਰ ਦੀ ਪ੍ਰਤੀਬੱਧਤਾ ਹੋਊਗੀ ਕਿ ਅਸੀਂ ਇਹਨੂੰ ਬੰਦ ਕਰਨਾ ਹੈ। ਸੋ ਬਹੁਤ ਸਾਰਾ ਪੈਸਾ ਰਾਜਨੀਤਿਕ ਪਾਰਟੀਆਂ ਕੋਲ ਇਸ ਸਾਈਡ ਤੋਂ ਆਉਂਦਾ ਹੈ। ਉਹ ਚ ਆਪਾਂ ਕਹੀਏ ਕਿ ਕੱਲੀ ਆਮ ਆਦਮੀ ਪਾਰਟੀ ਨੂੰ ਆਉਂਦਾ, ਮੈਂ ਇਹਦੇ ਨਾਲ ਸਹਿਮਤ ਨਹੀਂ। ਸਮੇਂ ਤੇ ਬਾਕੀਆਂ ਨੂੰ ਵੀ ਆਉਂਦਾ ਸੀਗਾ, ਹੁਣ ਸ਼ਾਇਦ ਇਹਨਾਂ ਨੂੰ ਆਉਂਦਾ ਹੋਊਗਾ। ਹਾਂ, ਇਹ ਜ਼ਰੂਰੀ ਨਹੀਂ ਕਿ ਵੀ ਸਿੱਧਾ ਆਉਂਦਾ, ਉਹ ਚਾਹੇ ਪ੍ਰਸ਼ਾਸਨ ਰਾਹੀਂ ਆ ਜਾਵੇ, ਚਾਹੇ ਕਿਸੇ ਹੋਰ ਤਰੀਕੇ ਨਾਲ ਆ ਜਾਵੇ, ਆਉਂਦਾ ਜ਼ਰੂਰ ਹੈ। ਸੋ ਇਸ ਕਰਕੇ ਹਾਲੇ ਇਹਨਾਂ ਦੀ ਪ੍ਰਤੀਬੱਧਤਾ ਨਸ਼ਿਆਂ ਪ੍ਰਤੀ ਦਿਖਾਈ ਨਹੀਂ ਦਿੰਦੀ। ਜਨਤਾ ਦੇ ਵਿੱਚ ਇਸ ਗੱਲ ਦਾ ਰੋਸ ਜ਼ਰੂਰ ਹੈ, ਕਿਉਂਕਿ ਬਹੁਤ ਸਾਰੇ ਲੋਕ ਵਿਚਾਰੇ ਇਹੋ ਜਿਹੇ ਨੇ ਜਿਹੜੇ ਪੀੜਤ ਨੇ, ਜਿਨ੍ਹਾਂ ਦੇ ਬੱਚੇ ਖਰਾਬ ਹੋਏ ਨੇ, ਉਹ ਇਸ ਗੱਲ ਤੇ ਕੋਈ ਪ੍ਰਭਾਵਸ਼ਾਲੀ ਜਿਹੜਾ ਦਬਾਅ ਹੈ ਬਣਾ ਸਕਣਗੇ, ਨਹੀਂ ਬਣਾ ਸਕਣਗੇ, ਇਹ ਸਮਾਂ ਦੱਸੇਗਾ। ਪਰ ਹਾਂ, ਉਹ ਕਿਤੇ ਨਾ ਕਿਤੇ ਆਪਣਾ ਰੋਸ ਜ਼ਰੂਰ ਦਿਖਾ ਰਹੇ ਨੇ। ਹੋ ਸਕਦਾ ਹੈ ਉਹ ਰੋਸ ਕੰਮ ਵੀ ਕਰੇ। ਜੀ ਬਿਲਕੁਲ। ਹਾਲਾਂਕਿ ਸਮੇਂ ਤੇ ਗਵਰਨਰ ਸਾਹਿਬ ਜਿਹੜੇ ਨੇ ਉਹ ਗੇੜਾ ਲਾ ਲੈਂਦੇ ਨੇ ਬਾਰਡਰ ਵਾਲੇ ਏਰੀਏ ਦੇ ਵਿੱਚ ਜਾ ਕੇ, ਨਸ਼ਿਆਂ ਤੇ ਕਹਿੰਦੇ ਸਕੂਲਾਂ ਤੱਕ ਨਸ਼ਾ ਪਹੁੰਚ ਕੇ ਕਹਿ ਦਿੱਤਾ ਜਾਂਦਾ, ਪਰ ਤੁਸੀਂ ਕਰ ਕੀ ਰਹੇ? ਦੇਖੋ, ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਗਵਰਨਰ ਸਾਹਿਬ ਇਹ ਗੱਲ ਕਹਿੰਦੇ ਨੇ, ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ BJP ਬਿਲਕੁਲ ਪਾਕ ਸਾਫ਼ ਹੈ, ਉਹ ਇਹ ਨਸ਼ਾ 'ਚ ਕਿਤੇ ਨਹੀਂ ਹੋਵੇਗੀ ਇਨਵੋਲਵ। ਉਹਨਾਂ ਦੇ ਕਾਰਕੁਨ ਵੀ ਜਿਹੜੇ ਤਰੀਕੇ ਨਾਲ ਦੂਜੀਆਂ ਪਾਰਟੀਆਂ ਸ਼ਾਮਲ ਨੇ, ਉਹਨਾਂ ਦੇ ਕਾਰਕੁਨ ਵੀ ਸਿੱਧੇ ਅਸਿੱਧੇ ਰੂਪ 'ਚ ਉਹ ਵੀ ਕਿਤੇ ਨਾ ਕਿਤੇ ਸ਼ਾਮਲ ਜ਼ਰੂਰ ਹੋਣਗੇ। ਇਹ ਜਿਹੜਾ ਕੁਝ ਦਿਖਾਈ ਦਿੰਦਾ, ਗਵਰਨਰ ਸਾਹਿਬ ਕੁਝ ਕਹਿ ਦਿੰਦੇ ਨੇ, ਮੁੱਖ ਮੰਤਰੀ ਸਾਹਿਬ ਕੁਝ ਕਹਿ ਦਿੰਦੇ ਨੇ, ਇਹ ਲੋਕਾਂ ਨੂੰ ਦਿਖਾਵੇ ਲਈ ਬਿਆਨ ਨੇ। ਪਰ ਜੇ ਆਪਾਂ ਕਹੀਏ ਕਿ ਗਵਰਨਰ ਸਾਹਿਬ ਪਾਕ ਸਾਫ਼ ਹੋ ਕੇ ਯਤਨ ਕਰ ਰਹੇ ਨੇ, ਏਦਾਂ ਵੀ ਦਿਖਾਈ ਨਹੀਂ ਦੇ ਰਿਹਾ। ਜੀ ਬਿਲਕੁਲ, ਇਹ ਹੁੰਦਾ ਨਾ ਕਿ ਤਸਕਰ ਜਿਹੜੇ ਨੇ ਉਹ ਪੈਟਰੋਨਾਈਜ਼ ਹੋ ਜਾਂਦੇ ਨੇ, ਜਿਹੜੀ ਪਾਰਟੀ ਜਾਂਦੇ ਨੇ, ਜਿਹੜੀ ਸੱਤਾ ਹੁੰਦੀ ਹੈ, ਵੇਚਣਾ ਉਹਨਾਂ ਨੇ ਨਸ਼ਾ ਹੀ ਹੁੰਦਾ। ਬਸ ਇਹ ਹੈ ਕਿ ਇੱਕ ਉੱਤੋਂ ਥਾਪੜਾ ਜਿਹਾ ਮਿਲ ਜਾਂਦਾ ਕਿ ਆਪਣੀ ਸਰਕਾਰ ਹੈ। ਇੱਥੋਂ ਤੱਕ ਹੈ ਕਿ ਉਹ ਤਸਕਰ ਬਰਾਬਰ ਸਾਰੀਆਂ ਪਾਰਟੀਆਂ ਨੂੰ ਦੇਈ ਜਾਂਦੇ ਨੇ ਗੁਜ਼ਾਰੇ ਜੋਗਾ ਸਮਾਨ ਨੂੰ, ਵੀ ਪਤਾ ਨਹੀਂ ਕਿਹਦੇ ਨਾਲ ਜਾ ਕੇ ਸਮਝੌਤਾ ਕਰਨਾ ਪੈ ਜੇ। ਮਤਲਬ ਉਹਨਾਂ ਦਾ ਇਹ ਵੀ ਹੁੰਦਾ। ਇਹ ਤਾਂ ਪਾਰਟੀ ਫੰਡ ਵਾਂਗੂ ਬਣਾ ਲਿਆ ਨਾ ਕਿ ਸਾਰਿਆਂ ਨਾਲ ਬਣਾ ਕੇ ਰੱਖੋ। BJP ਪਿੱਛੇ ਜੇ ਕਹਿੰਦੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਮਾਰਚ ਕੱਢਾਂਗੇ, ਲੋਕਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕਰਾਂਗੇ, ਸਰਕਾਰ ਦੇ ਕੰਨ ਖੜੇ ਕਰਾਂਗੇ, ਪਤਾ ਨਹੀਂ ਹੁਣ ਉਹ ਕਿੱਥੇ ਗਿਆ ਮਾਰਚ? ਸਤੰਬਰ ਦਾ ਟਾਈਮ ਦਿੱਤਾ ਹੀ, ਦੇਖੋ ਹੁਣ ਕੀ ਬਣਦਾ ਅਗਲੇ ਦਿਨ। ਉਹ ਜਿਹੜਾ ਮਾਰਚ ਹੈ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹੋਇਆ ਕਿ ਜਿਉਂ ਹੀ ਆਪਣੇ ਪ੍ਰਧਾਨ BJP ਦੇ ਨਵੇਂ ਬਣੇ, ਉਹਨਾਂ ਨੂੰ ਅੰਦਰੋਂ ਉਹਨਾਂ ਸਮਰਥਨ ਨਹੀਂ ਮਿਲਿਆ। ਕਿਤੇ ਨਾ ਕਿਤੇ ਉਹਨਾਂ ਨੂੰ ਡਰ ਹੈ ਕਿ ਜੇਕਰ ਮੈਂ ਮਾਰਚ ਕੱਢਿਆ, ਉਹਦੇ ਵਿੱਚ ਜਿਹੜੀ ਜਿਹਨੂੰ ਆਪਾਂ ਕਹੀਏ ਟਕਸਾਲੀ BJP ਹੈ, ਜੇ ਆਪਾਂ ਇਹ ਸ਼ਬਦ ਉਹਨਾਂ ਲਈ ਵਰਤ ਲਈਏ ਜਿਵੇਂ ਅਕਾਲੀ ਦਲ ਲਈ ਕਹਿੰਦੇ ਆ, ਜੇਕਰ ਉਹ ਪੂਰੀ ਤਰ੍ਹਾਂ ਸ਼ਾਮਲ ਨਹੀਂ ਹੁੰਦੀ ਤਾਂ ਸਮੇਂ ਤੋਂ ਪਹਿਲਾਂ ਪਾਰਟੀ ਦੀ ਫੂਕ ਨਿਕਲਣ ਦਾ ਡਰ ਹੈ। ਇਸ ਕਰਕੇ ਉਹ ਜਿਹੜਾ ਮਾਰਚ ਹੈ ਉਹ ਡਿਲੇ ਹੋ ਰਿਹਾ ਹੈ। ਉਹਦੇ ਵਿੱਚ ਇਸ ਤਰ੍ਹਾਂ ਦੀ ਪਿੱਛੇ ਗਤੀਵਿਧੀਆਂ ਚੱਲ ਰਹੀਆਂ ਹੋਣਗੀਆਂ ਕਿ ਜੇਕਰ, ਕਿਉਂਕਿ ਹਾਲੇ ਤੱਕ ਵੀ ਉਹ ਪੁਰਾਣੇ ਪ੍ਰਧਾਨ ਦੇ ਕੋਈ ਸਟੇਟਮੈਂਟ ਹੀ ਨਹੀਂ ਆਈ, ਉਹਦਾ ਰੋਪ ਹੀ ਹੋ ਗਿਆ ਨਾ ਜਿੱਦੇ ਦਾ ਉਹ ਨਵਾਂ ਪ੍ਰਧਾਨ ਬਣਿਆ। ਸੋ ਇਸ ਕਰਕੇ ਜਦੋਂ ਵੀ ਕਿਤੇ ਦਿਖਾਈ ਦਿੰਦਾ, ਤੁਹਾਡੇ ਯਾਦ ਹੋਏਗਾ ਜਿੱਦੇ ਗਵਰਨਰ ਸਾਹਿਬ ਨੂੰ ਮਿਲਣ ਗਏ ਨਵੇਂ ਪ੍ਰਧਾਨ, ਤਾਂ ਇੱਦਾਂ ਲੱਗਦਾ ਵੀ ਜਿਵੇਂ ਅਮਰਿੰਦਰ ਸਿੰਘ ਦੀ ਸਾਰੀ ਕੈਬਨਿਟ ਪੁਰਾਣੀ ਮਿਲਣ ਗਈ ਹੋਵੇ।
ਸੋ ਇਸ ਕਰਕੇ ਉਹਦਾ ਕਾਰਨ ਮੈਂ ਇਹ ਸਮਝਦਾ ਕਿ ਉਹ ਸਰਗਰਮੀਆਂ ਹਾਲੇ ਤੱਕ ਇਸ ਕਰਕੇ ਰੁਕੀਆਂ ਹੋਈਆਂ ਨੇ ਕਿਉਂਕਿ ਮੀਡੀਆ ਨੂੰ ਜਿਹੜੀ ਖਬਰ ਹੈ ਉਹ ਏਦਾਂ ਦੀ ਚਾਹੀਦੀ ਹੁੰਦੀ ਹੈ ਜਿਹੜੀ ਨੈਗੇਟਿਵ ਹੋਵੇ। ਮੀਡੀਆ ਨੇ ਉਹਦੀ ਚੱਕ ਲੈਣਾ ਕਿ ਦੱਸੋ ਜੀ ਤੁਹਾਡੇ ਪੁਰਾਣੇ ਬੰਦੇ ਕਿੱਥੇ ਨੇ, ਇਹ ਬੀਜੇਪੀ ਓਵਰਹਾਲ ਹੋ ਗਈ, ਇਹ ਬੀਜੇਪੀ ਹੈ ਜਾਂ ਇਹ ਕਾਂਗਰਸ ਵਾਲੀ ਬੀਜੇਪੀ ਹੈ, ਕਿਹੜੀ ਬੀਜੇਪੀ ਹੈ ਇਹ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਉਹ ਇਸ ਕਰਕੇ ਸਾਰੀਆਂ ਸਰਗਰਮੀਆਂ ਰੁਕੀਆਂ ਹੋਈਆਂ ਨੇ ਜੀ। ਰਾਜਾ ਵੜਿੰਗ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਇੱਕ ਬੰਦਾ ਜਦੋਂ ਰਾਜਾ ਪਹੁੰਚੇ ਸ਼ਹਿਰ ਚੋਂ ਕਹਿੰਦੇ ਬੇਟਾ ਜੀ ਇਹਨਾਂ ਨੇ ਕਾਂਗਰਸੀਆਂ ਨੇ ਬੜਾ ਗੰਦ ਪਾਇਆ, ਉਹ ਕਹਿੰਦਾ ਨਹੀਂ ਮਨਪ੍ਰੀਤ ਬਾਦਲ ਦਾ ਨਾਂ ਲਓ। ਮਤਲਬ ਕਿ ਲੋਕਾਂ 'ਚ ਵੀ ਹੁਣ ਇਹ ਹੁੰਦਾ ਕਿ ਉਹ ਤੇ ਸਾਰੇ ਕਾਂਗਰਸ ਵਾਲੇ ਸੀਗੇ, ਐਂ ਲੱਗਦਾ ਜਿਵੇਂ ਰਾਜਪਾਲ ਸਾਹਿਬ ਨੂੰ ਕਾਂਗਰਸ ਵਾਲੇ ਮਿਲ ਕੇ ਆ ਗਏ। ਬਾਅਦ ਦੇ ਵਿੱਚ ਹੌਲੀ ਹੌਲੀ ਪਤਾ ਲੱਗਿਆ ਕਿ ਨਹੀਂ ਇਹ ਤਾਂ ਬੀਜੇਪੀ ਵਾਲੇ ਬਣ ਚੁੱਕੇ ਨੇ, ਕੋਈ ਪਤਾ ਨਹੀਂ। ਆਖਰੀ ਜਿਵੇਂ ਮੈਂ ਆਖਰੀ ਸਵਾਲ ਕਰਨ ਲੱਗਿਆ ਰਣ ਸਿੰਘ ਜੀ ਕਿ ਜਿਵੇਂ ਗਵਰਨਰ ਸਾਹਿਬ ਦੇ ਨਾਲ ਕੋਈ ਮਿੱਠੀ ਕਦੇ ਤਿੱਖੀ ਤਲਖ ਕਲਾਮੀ ਜੀ ਹੁੰਦੀ ਰਹਿੰਦੀ ਹੈ ਪੰਜਾਬ ਸਰਕਾਰ ਦੀ, ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਜਿਹੜੀ ਆਜ਼ਾਦੀ ਦਿਵਸ ਦੀ ਪਾਰਟੀ ਸੀ ਉਹਦੇ ਵਿੱਚ ਨਾ ਸ਼ਾਮਲ ਹੋਣਾ, ਅੱਗੋਂ ਗਵਰਨਰ ਸਾਹਿਬ ਨੇ ਤੋਪਾਂ ਦੀ ਗੱਲ ਕਰਨਾ ਕਿ ਜੀ ਤੋਪਾਂ ਤੋਂ ਡਰ ਗਏ, ਫਿਰ ਭਗਵੰਤ ਮਾਨ ਸਾਹਿਬ ਜਵਾਬ ਦੇ ਦਿੰਦੇ ਨੇ ਵੱਡੇ ਨੇ ਕੋਈ ਗੱਲ ਨਹੀਂ, ਤੋਪਾਂ ਦਾ ਡਰ ਦਿਖਾਉਂਦੇ ਨੇ, ਜਾਂ ਜਿਵੇਂ ਵੀ ਇਸ ਤਰੀਕੇ ਨਾਲ ਚੱਲਣਾ, ਇਹਨੂੰ ਪੰਜਾਬ ਦੀ ਸਿਆਸਤ ਲਈ ਕਿੱਦਾਂ ਦੇਖਿਆ ਜਾਵੇ ਕਿ ਆਮ ਆਦਮੀ ਪਾਰਟੀ ਕੀ ਗਵਰਨਰ ਸਾਹਿਬ ਨੂੰ ਲੈ ਕੇ ਵਿੱਚ ਸੈਂਟਰਿਕ ਰੱਖ ਕੇ ਕੋਈ ਮਤਲਬ ਕਿ ਗੁਪਤ ਏਜੰਡੇ ਦੇ ਤਹਿਤ ਬਹੁਤ ਬੀਜੇਪੀ ਨੂੰ ਲੈ ਕੇ ਤਲਖ ਤੇਵਰ ਅੱਗੇ ਜਾ ਕੇ ਦਿਖਾ ਸਕਦੀ ਹੈ, ਇਸੇ ਕਰਕੇ ਮੁੱਖ ਮੰਤਰੀ ਸਾਹਿਬ ਉੱਥੇ ਨਹੀਂ ਗਏ, ਜਾਂ ਕੋਈ ਰੁਝੇਵਿਆਂ ਦੀ ਗੱਲ ਕਰ ਲਈਏ ਪਰ ਜਿਵੇਂ ਬਿਆਨਬਾਜ਼ੀ ਹੁੰਦੀ ਨਾ ਉਹ ਬਹੁਤ ਕੁਝ ਬਿਆਨ ਕਰ ਵੀ ਜਾਂਦੀ ਹੈ। ਦੇਖੋ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ, ਵਿਰੋਧੀ ਧਿਰ ਦਾ ਕੋਈ ਵਿਅਕਤੀ ਗੱਲ ਕਰਦਾ ਹੈ, ਕੇਂਦਰ ਦੀ ਰਾਜਨੀਤੀ 'ਚ ਤੁਸੀਂ ਦੇਖਿਆ ਨਾ ਉਹਨਾਂ ਨੇ ਬੜਾ ਰੌਲਾ ਪਾਇਆ ਕਿ ਜੀ ਰਾਹੁਲ ਗਾਂਧੀ ਕਾਂਗਰਸ ਦੇ ਲੋਕ ਜੀ, ਖੜਗੇ ਸਾਹਿਬ ਉਹਨਾਂ ਨੇ ਪ੍ਰੋਪਰਲੀ ਕੋਆਪਰੇਟ ਨਹੀਂ ਕੀਤਾ, ਇਹ ਜਿਹੜਾ ਸਮਾਗਮ ਹੈ ਇਹ ਸਾਰੇ ਦੇਸ਼ ਦਾ, ਇੱਥੇ ਉਹਨਾਂ ਨੂੰ ਆਉਣਾ ਚਾਹੀਦਾ ਹੈ। ਇਹਦੇ ਵਿੱਚ ਮੈਂ ਇਹਨੂੰ ਦੋਨਾਂ ਹੀ ਗੱਲਾਂ ਲਾਉਣਾ। ਜਦੋਂ ਆਪਾਂ ਸਾਡੇ ਸਮਾਜ 'ਚ ਦੇਖੀਏ ਨਾ, ਜੇ ਇੱਕ ਭਰਾ ਦੇ ਫੰਕਸ਼ਨ ਦੇ ਵਿੱਚ ਬੇਟੇ ਬੇਟੀ ਦੀ ਸ਼ਾਦੀ ਦੇ ਵਿੱਚ ਉਹਦਾ ਰੀਅਲ ਬ੍ਰਦਰ ਸ਼ਾਮਲ ਨਹੀਂ ਹੁੰਦਾ ਤਾਂ ਇੱਥੇ ਇੱਕ ਨੂੰ ਦੋਸ਼ ਦੇਣਾ ਨਹੀਂ ਬਣਦਾ, ਦੋਨਾਂ ਨੂੰ ਦੋਸ਼ ਦੇਣਾ ਬਣਦਾ ਹੈ। ਸੋ ਇਹ ਜਿਹੜੇ ਅਹੁਦੇ ਨੇ, ਜੇਕਰ ਕੇਂਦਰ ਦੇ ਵਿੱਚ ਵੀ ਆਪਾਂ ਦੇਖਿਆ ਪਹਿਲੀ ਵਾਰ ਹੋਇਆ ਨਹੀਂ, ਆਪੋਜੀਸ਼ਨ ਵਾਲੇ ਸਾਰੇ ਉਸ ਸਮਾਗਮ 'ਚ ਜਾਂਦੇ ਸੀ, ਇਹ ਵੀ ਪਹਿਲੀ ਵਾਰ ਦੇਖਿਆ ਕਿ ਪ੍ਰਧਾਨ ਮੰਤਰੀ ਨੇ ਉਹਨੂੰ ਬੀਜੇਪੀ ਦੀ ਰੈਲੀ ਬਣਾ ਦੇਣਾ, ਇਹ ਵੀ ਪਹਿਲੀ ਵਾਰੀ ਦੇਖਿਆ। ਹੋ ਸਕਦਾ ਹੈ ਕਿ ਤੋਂ ਲੀਕੇਜ ਹੋਈ ਹੋਵੇ, ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਵੇ ਪ੍ਰਧਾਨ ਮੰਤਰੀ ਨੇ ਇਹ ਬੋਲਣਾ, ਉਹ ਅਗਲੇ ਕਹਿੰਦੇ ਵੀ ਸਾਹਮਣੇ ਬੈਠ ਕੇ ਅਸੀਂ ਝਿੜਕਾਂ ਥੋੜਾ ਸੁਣਨੀਆਂ ਨੇ, ਇਹਦੇ ਲਈ ਥੋੜਾ ਜਾਣਾ। ਜੇਕਰ ਉਹ ਦੇਸ਼ ਦੇ ਨਾਲ ਸੰਦੇਸ਼ ਦਿੰਦੇ ਨੇ, ਦੇਸ਼ ਦੀ ਗੱਲ ਕਰਨਗੇ, ਫੇਰ ਹੀ ਸੁਣਾਂਗੇ ਨਾ ਅਸੀਂ। ਜੇਕਰ ਤੁਸੀਂ ਐਂਕਰੋਂ ਮੈਨੂੰ ਇੱਥੇ ਬਿਠਾ ਕੇ ਤੇ ਜੇ ਮੈਨੂੰ ਝਿੜਕਾਂ ਮਾਰਨੀਆਂ ਨੇ, ਫਿਰ ਮੈਂ ਤੁਹਾਡੇ ਚੈਨਲ ਤੇ ਕਾਹਦੇ ਲਈ ਆਉਣਾ ਹੈ ਜੇ ਮੇਰੀ ਗੱਲ ਹੀ ਨਹੀਂ ਸੁਣਨੀ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਇੱਥੇ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਜੀ ਮੈਂ ਨਹੀਂ ਗਿਆ ਜਾਂ ਮੇਰੀ ਆਪਣੀ ਮਰਜ਼ੀ ਹੈ ਜਾਂ ਉਹ ਕਿਉਂ ਨਹੀਂ ਗਏ, ਤੇ ਗਵਰਨਰ ਸਾਹਿਬ ਦਾ ਇਹ ਕਹਿਣਾ ਵੀ ਉਹ ਤੋਪਾਂ ਤੋਂ ਡਰਦੇ ਨੇ, ਪਰ ਕੇਂਦਰ 'ਚ ਹੋਰ ਕੁਝ ਕਹਿਣਾ, ਇਹ ਸਾਫ਼ ਜ਼ਾਹਰ ਕਰਦਾ ਹੈ ਕਿ ਜਿਹੜੀ ਪਾਰਟੀ ਹੈ ਉਹਦਾ ਰੋਲ ਹੈ ਕਿ ਉਹ ਸਮਾਗਮ ਸੋਹਣਾ ਤਾਂ ਲੱਗਦਾ ਹੈ ਜੇ ਉਹਦੇ ਵਿੱਚ ਸਾਰੇ ਹੋਣ। ਇੱਥੇ ਗਵਰਨਰ ਸਾਹਿਬ ਦੀ ਵੀ ਜ਼ਿੰਮੇਵਾਰੀ ਹੈ ਕਿ ਜੇਕਰ ਮੁੱਖ ਮੰਤਰੀ ਹੀ ਨਹੀਂ ਸਮਾਗਮ 'ਚ ਆਉਂਦੇ ਫਿਰ ਤੁਹਾਡਾ ਕੀ ਰੋਲ ਹੈ, ਮਤਲਬ ਤੁਸੀਂ ਕਿਹੜੀ ਮਰਜ਼ੀ ਦੀ ਦਬਾਓ, ਇਹ ਤੁਸੀਂ ਦੇਖੋ ਕਿ ਤੁਸੀਂ ਤਾਲਮੇਲ ਕਿਵੇਂ ਕਰਨਾ ਹੈ, ਜਾਂ ਮੁੱਖ ਮੰਤਰੀ ਸਾਹਿਬ ਦੇਖਣ। ਜੇ ਉਹ ਦੋਨੇ ਵਿਅਕਤੀ ਆਪਸ ਵਿੱਚ ਤਾਲਮੇਲ ਨਹੀਂ ਰੱਖ ਸਕਦੇ ਤਾਂ ਪੰਜਾਬ ਕਿੱਥੇ ਜਾਏਗਾ, ਕਿੱਥੇ ਜਾਏਗਾ। ਚਲੋ ਸਾਡੇ ਲਈ ਤਾਂ ਦੋਨੋਂ ਹੀ ਸਰਕਾਰ ਨੇ ਨਾ, ਪਹਿਲਾਂ ਗਵਰਨਰ ਐਗਜ਼ੀਕਿਊਟਿਵ ਦਾ ਹੈੱਡ ਕਹਾਉਂਦਾ ਹੈ ਤੇ ਮਤਲਬ ਜਿਹੜੀ ਸਾਡੀ ਪਾਰਲੀਮੈਂਟੇਰੀਅਨ ਗਤੀਵਿਧੀਆਂ ਨੇ, ਵਿਧਾਇਕ ਪਾਲਕਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ ਹੈੱਡ ਮੁੱਖ ਮੰਤਰੀ ਕਹਾਉਂਦਾ ਹੈ। ਜੇ ਦੋਨਾਂ 'ਚ ਕੋਈ ਤਾਲਮੇਲ ਹੀ ਨਹੀਂ, ਠੀਕ ਹੈ ਕਿ ਨਹੀਂ, ਤੇ ਫਿਰ ਅਸੀਂ ਇਹਨੂੰ ਕੀ ਸਮਝੀਏ। ਦੂਜਾ, ਜੇ ਦੋਨੇ ਤਾਲਮੇਲ ਰੱਖਣਾ ਹੀ ਨਹੀਂ ਚਾਹੁੰਦੇ, ਮਤਲਬ ਇਹ ਗੱਲ ਬੈਠ ਕੇ ਮੁੱਖ ਮੰਤਰੀ ਜੀ ਨੂੰ ਤੇ ਗਵਰਨਰ ਸਾਹਿਬ ਨੂੰ ਬੈਠ ਕੇ ਤੈਅ ਕਰਨੀ ਚਾਹੀਦੀ ਹੈ ਵੀ ਯਾਰ ਦੇਖੋ ਆਪਣੀਆਂ ਸਿਆਸੀ ਲੜਾਈਆਂ ਨੇ, ਸਾਡੇ ਰਾਜਨੀਤਿਕ ਇੰਟਰਸਟ ਨੇ, ਭਾਵੇਂ ਉੱਥੇ ਸਾਡੇ ਬਹੁਤ ਸਾਰੇ ਮਤਭੇਦ ਰਹਿਣਗੇ ਪਰ ਕੁਛ ਏਰੀਏ ਤਾਂ ਮਾਰਕ ਕਰ ਲੈਣ ਨਾ ਵੀ ਇੱਥੇ ਤਾਂ ਆਪਣੇ ਜਿਹੜੇ ਸਾਂਝੇ ਹਿੱਤ ਨੇ, ਇਹ ਦੇਸ਼ ਦੀ, ਪੂਰੇ ਦੇਸ਼ ਦੀ ਗੌਰਵ ਦਾ ਗੱਲ ਹੈ, ਉਹਨਾਂ ਦੇ ਇਤਿਹਾਸ ਦੀ ਗੱਲ ਹੈ, ਉਹਨਾਂ ਦੀ ਸੈਲੀਬ੍ਰੇਸ਼ਨ ਦੀ ਗੱਲ ਹੈ। ਇੱਥੇ ਜ਼ਰੂਰ ਇਹ ਇਕੱਠੇ ਬੈਠ ਕੇ ਇਹੋ ਜਿਹੇ ਸਮਾਗਮ ਮਨਾਏ ਜਾਣੇ ਚਾਹੀਦੇ ਸੀ। ਮੈਨੂੰ ਇਸ ਗੱਲ ਦੀ ਸਗੋਂ ਤਕਲੀਫ ਹੈ, ਜਨਤਾ ਵੀ ਮਹਿਸੂਸ ਕਰਦੀ ਹੋਊਗੀ। ਪਰ ਜੇ ਤੁਸੀਂ ਕਹੋ ਵੀ ਮੈਂ ਇਕੱਲੇ ਭਗਵੰਤ ਮਾਨ ਜੀਆਂ ਨੂੰ ਜਾਂ ਗਵਰਨਰ ਨੂੰ, ਇੱਕ ਜਣੇ ਨੂੰ ਮੈਂ ਦੋਸ਼ੀ ਨਹੀਂ ਠਹਿਰਾਉਂਦਾ,
ਮੇਰੇ ਮੁਤਾਬਕ ਇੱਥੇ ਦੋਨੇ ਹੀ ਦੋਸ਼ੀ ਨੇ। ਦੋਨਾਂ ਨੂੰ ਜੇਕਰ ਮਤਲਬ ਇੰਨੇ ਲੋਕਾਂ ਦੇ ਪ੍ਰਤੀਨਿਧ ਹੁੰਦੇ ਹੋਏ ਜੇਕਰ ਇਹਨਾਂ ਦੇ ਵਿੱਚ ਇੰਨੀ ਸਿਆਣਪ ਵੀ ਨਹੀਂ ਹੈ ਕਿ ਇਹ ਦੋਨੇ ਇਹ ਨਹੀਂ ਤੈਅ ਕਰ ਸਕਦੇ ਕਿ ਕਿਹੜੇ ਸਮਾਗਮ 'ਚ ਆਪਾਂ ਸੈਰੇਮੋਨੀਅਲ ਤੌਰ ਤੇ ਇਕੱਠੇ ਦਿਖਾਈ ਦੇਣਾ ਹੈ, ਫਿਰ ਤੇ ਯਾਰ ਹੱਦ ਹੈ। ਇਸ ਤੋਂ ਵੱਧ ਕੁਝ ਕਹਿਣਾ ਇਹਨਾਂ ਬਾਰੇ ਔਖੀ ਗੱਲ ਹੈ। ਸਾਡੇ ਲਈ ਦੋਨੇ ਸਤਿਕਾਰਯੋਗ ਹੁੰਦੇ ਨੇ। ਗਵਰਨਰ ਵੀ ਸਟੇਟ ਦਾ ਹੈਡ ਹੈ, ਮੁੱਖ ਮੰਤਰੀ ਵੀ ਸਟੇਟ ਦਾ ਹੈਡ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਦੇਣਾ ਮੰਦਭਾਗੇ ਹੋਣ ਤੋਂ ਬਾਅਦ, ਮੰਦਭਾਗੇ ਤਾਂ ਹੈ ਹੀ, ਪਰੰਤੂ ਮੈਨੂੰ ਇਹ ਲੱਗਦਾ ਹੈ ਕਿ ਇਹ ਇਸ ਗੱਲ ਦਾ ਦਿਖਾਵਾ ਹੈ ਕਿ ਪੰਜਾਬ ਦੇ ਵਿੱਚੋਂ ਸਿਆਣਪ ਕਿਧਰੇ ਚਲੀ ਗਈ। ਪੰਜਾਬ ਦੇ ਵਿੱਚ ਕੋਈ ਸਿਆਣਾ ਲੀਡਰ ਨਹੀਂ ਹੈ। ਇਹਦਾ ਮਤਲਬ ਮੈਂ ਇਹਨੂੰ ਏਦਾਂ ਸਮਝਦਾ, ਕੋਈ ਗੱਲ ਨਹੀਂ। ਬਿਲਕੁਲ ਇਸ ਕਰਕੇ ਇੱਥੇ ਇੱਕ ਨੂੰ ਮੈਂ ਫਿਰ ਦੁਬਾਰਾ ਮੇਰੀ ਬੇਨਤੀ ਹੈ, ਇੱਕ ਨੂੰ ਮੈਂ ਦੋਸ਼ ਨਹੀਂ ਦਿੰਦਾ। ਇਹ ਦੋਨੇ ਧਿਰਾਂ ਦਾ ਦੋਸ਼ ਹੈ। ਦੋਨਾਂ ਨੂੰ ਘੱਟੋ ਘੱਟ 26 ਜਨਵਰੀ ਹੈ, 15 ਅਗਸਤ ਹੈ, ਮਹਾਤਮਾ ਗਾਂਧੀ ਦਾ ਜਨਮ ਦਿਨ ਹੈ, ਜਾਂ ਕੋਈ ਹੋਰ ਏਦਾਂ ਦਾ ਕੋਈ ਸਪੋਰਟਸ ਦਾ ਫੰਕਸ਼ਨ ਹੈ, ਕੋਈ ਹੋਰ ਸਟੇਟ ਦਾ ਫੰਕਸ਼ਨ ਹੈ, ਵਿਧਾਨ ਸਭਾ 'ਚ ਬੈਠਣਾ ਹੈ, ਉੱਥੇ ਆਪਣੀ ਮਰਿਆਦਾ ਨੂੰ ਦੇਖਦੇ ਹੋਏ, ਮਰਿਆਦਾ ਦੇ ਵਿੱਚ ਰਹਿੰਦੇ ਹੋਏ ਉਦਾਂ ਦੀ ਸਟੇਟਮੈਂਟ ਦੇਣੀ ਚਾਹੀਦੀ ਹੈ, ਜਿਹਦੇ ਨਾਲ ਜੇ ਗਵਰਨਰ ਸਾਹਿਬ ਦੀ ਕੋਈ ਹਾਨੀ ਹੁੰਦੀ ਹੈ ਤਾਂ ਪੰਜਾਬ ਦੀ ਹਾਨੀ ਹੈ, ਜੇ ਮੁੱਖ ਮੰਤਰੀ ਸਾਹਿਬ ਦੀ ਹਾਨੀ ਹੁੰਦੀ ਹੈ ਤਾਂ ਪੰਜਾਬ ਦੀ ਹਾਨੀ ਹੈ। ਮਤਲਬ ਇਹਦੇ ਵਿੱਚ ਮੈਂ ਤਾਂ ਇਹ ਸਮਝਦਾ ਕਿ ਜੇਕਰ ਉਹਨਾਂ ਦਾ ਅਦਬ ਸਤਿਕਾਰ ਕਾਇਮ ਨਹੀਂ ਰਹਿੰਦਾ ਦੋਨਾਂ ਪੋਸਟਾਂ ਦਾ, ਤਾਂ ਪੰਜਾਬ ਦਾ ਅਦਬ ਸਤਿਕਾਰ ਹੈ ਜਿਹੜਾ ਉਹ ਖੁੱਸ ਰਿਹਾ ਹੈ, ਮੈਨੂੰ ਇਹ ਲੱਗਦਾ ਹੈ। ਸੋ ਇਸ ਕਰਕੇ ਐਡੇ ਐਡੇ ਅਹੁਦਿਆਂ ਤੇ ਬੈਠ ਕੇ ਇਹਨਾਂ ਵਿਅਕਤੀਆਂ ਨੂੰ ਏਦਾਂ ਦੀਆਂ ਸਟੇਟਮੈਂਟਸ ਦੇਣੀਆਂ ਸ਼ੋਭਾ ਨਹੀਂ ਦਿੰਦੀਆਂ। ਮੈਂ ਇਹ 'ਚ ਸਿਆਣੀ ਗੱਲ ਤਾਂ ਹੁੰਦੀ ਜੇ ਇੱਕ ਬੰਦਾ ਕੋਈ ਗਲਤ ਸਟੇਟਮੈਂਟ ਦਿੰਦਾ ਤੇ ਦੂਜਾ ਉਹ ਤੇ ਰਿਐਕਟ ਨਾ ਕਰਦਾ, ਫਿਰ ਆਪਾਂ ਕਹਿ ਸਕਦੇ ਸੀ ਕਿ ਇਹਨਾਂ ਨੇ ਗਲਤ ਕੀਤਾ ਹੈ। ਇਹ ਰਿਐਕਸ਼ਨ ਜੋ ਉਦੋਂ ਵੱਡਾ ਹੁੰਦਾ, ਦੂਜੇ ਦਾ ਉਦੋਂ ਵੱਡਾ ਹੁੰਦਾ। ਇਸ ਕਰਕੇ ਇੱਥੇ ਔਖਾ ਕੰਮ ਹੈ। ਫਿਰ ਵੀ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਇੱਕ ਪਾਰਟੀ ਦਾ ਪ੍ਰਤੀਨਿਧ ਹੁੰਦਾ ਹੈ, ਗਵਰਨਰ ਹੈ ਜਿਹੜਾ ਉਹ ਟੈਕਨੀਕਲੀ ਸੰਵਿਧਾਨ ਦਾ ਪ੍ਰਤੀਨਿਧ ਹੁੰਦਾ, ਪਾਰਟੀ ਦਾ ਪ੍ਰਤੀਨਿਧ ਨਹੀਂ ਹੁੰਦਾ। ਪਰੰਤੂ ਸਾਡੇ ਗਵਰਨਰ ਸਾਹਿਬ ਬਾਰ-ਬਾਰ ਏਦਾਂ ਦੀਆਂ ਸਟੇਟਮੈਂਟਸ ਦਿੰਦੇ ਨੇ ਜਿਸ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਉਹ ਕਿਸੇ ਪਾਰਟੀ ਦੇ ਪ੍ਰਤੀਨਿਧ ਨੇ, ਸੰਵਿਧਾਨ ਨੂੰ ਪ੍ਰਤੀਨਿਧ ਘੱਟ ਕਰਦੇ ਨੇ, ਪਾਰਟੀ ਨੂੰ ਜ਼ਿਆਦਾ। ਇਹ ਨਹੀਂ ਚਾਹੀਦਾ। ਮੁੱਖ ਮੰਤਰੀ ਦਾ ਕਲੀਅਰ ਕੱਟ ਹੈ ਕਿ ਉਹ ਤਾਂ ਇੱਕ ਪੋਲੀਟੀਕਲ ਪਾਰਟੀ ਦਾ ਪ੍ਰਤੀਨਿਧ ਹੈ, ਠੀਕ ਹੈ ਕਿ ਨਹੀਂ। ਸੋ ਇਸ ਕਰਕੇ ਇਹਨਾਂ ਦੋਨਾਂ ਧਿਰਾਂ ਨੂੰ ਬਹੁਤ ਹੀ ਜ਼ਿੰਮੇਵਾਰੀ ਵਾਲਾ ਰੋਲ ਨਿਭਾਉਣਾ ਚਾਹੀਦਾ ਹੈ। ਘੱਟੋ ਘੱਟ ਅਜਿਹੇ ਮੌਕਿਆਂ ਤੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ, ਇਸ ਤਰ੍ਹਾਂ ਦੇ ਜੈਸਚਰ ਔਰ ਇਸ ਤਰ੍ਹਾਂ ਦੇ ਖਿਆਲਾਂ ਦੇ ਪ੍ਰਗਟਾਵੇ ਨਹੀਂ ਕਰਨੇ ਚਾਹੀਦੇ ਜੀ। ਬਿਲਕੁਲ ਬਿਲਕੁਲ ਸੰਵਿਧਾਨਕ ਅਹੁਦੇ ਤੇ ਰਹਿੰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ ਜਾਂ ਉਸ ਅਹੁਦੇ ਦੇ ਪ੍ਰਤੀ ਮਾਣ ਸਤਿਕਾਰ ਬਹਾਲ ਰੱਖਣਾ। ਜੇ ਅੱਜ ਉੱਪਰ ਬੈਠੇ ਗਵਰਨਰ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਇੱਕ ਦੂਜੇ ਦੇ ਨਾਲ ਏਦਾਂ ਦਾ ਕਾਟੋ ਕਲੇਸ਼ ਜਿਹਾ ਰਹੇਗਾ, ਥੱਲੇ ਤੁਸੀਂ ਜਿਹਨੂੰ ਕਹਿੰਦੇ ਹੋ ਕਿ ਅਸੀਂ ਸਿੱਖਿਆ ਸੁਧਾਰ ਕਰਨਾ, ਬੱਚਿਆਂ ਨੂੰ ਵਿਧਾਨ ਸਭਾ 'ਚ ਲਿਆ ਕੇ ਦੱਸਿਆ ਜਾਂਦਾ, ਇਸਰੋ ਦੇ ਦਫ਼ਤਰਾਂ ਤੱਕ ਲਿਜਾਇਆ ਜਾਂਦਾ, ਤਾਂ ਉੱਥੇ ਉਹ ਕੀ ਸਿੱਖਣਗੇ ਕਿ ਸਾਡੇ ਲੀਡਰਾਂ ਦੀ ਭਾਸ਼ਾ ਜਾਂ ਉਹਨਾਂ ਦਾ ਤੌਰ ਤਰੀਕਾ ਜਾਂ ਉਹ ਕਿਵੇਂ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਦੇਸ਼ ਨੂੰ ਜਾਂ ਸੂਬੇ ਨੂੰ ਅੱਗੇ ਜਾਂ ਨੀਚੇ ਕਰਨ ਦੀ ਗੱਲ ਕਰਦੇ ਨੇ। ਇਹ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਖੜੇ ਕਰਦਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਮਿਹਰਬਾਨੀ ਜੀ।